ਕਿਹਦੇ ਕਿਹਦੇ ਪੈਰੀ ਹੱਥ ਲਾਈਏ, ਸੰਤਾਂ ਦੇ ਵਗ ਫਿਰਦੇ। ਸੰਤਾਂ ਸਾਧਾਂ ਲਈ ਸ਼ਰਤਾਂ, ਕਿਹਦੇ ਕਿਹਦੇ ਪੈਰੀ ਹੱਥ ਲਾਈਏ, ਸੰਤਾਂ ਦੇ ਵਗ ਫਿਰਦੇ। ਮੇਰੇ ਪਿੰਡ ਦੇ ਲੋਕਾਂ ਵਿੱਚ ਸੰਤਾਂ ਸਾਧੂਆਂ ਲਈ ਅਪਾਰ ਸ਼ਰਧਾ ਹੈ ਕਿ ਭਗੜੇ ਕੱਪੜਿਆਂ ਵਾਲੇ ਉਦਾਸੀ, ਕੋਨ ਮੋਨ ਪਰਮਹੰਸ, ਜਟਾਂ ਵਾਲੇ ਨਾਗੇ, ਕੰਠੀ ਵਾਲੇ ਬੈਰਾਗੀ, ਕੰਨ ਪਾਟੇ ਜੋਗੀ ਤੇ ਚਿੱਟ ਚਾਦਰੀਏ ਤਿਆਗੀ। ਮੇਰੇ ਪਿੰਡ ਦੇ ਲੋਕਾਂ ਲਈ ਸਭ ਈਸ਼ਵਰ ਦੇ ਅਵਤਾਰ ਹਨ। ਇਹਨਾਂ ਕਿਸਮਾਂ ਦੇ ਸੰਤ ਤਾਂ ਟਕਸਾਲੀ ਸੰਪਰਦਾਇ ਮੰਨੇ ਦੰਨੇ ਹੀ ਹੁੰਦੇ ਹਨ। ਇਹਨਾਂ ਤੋਂ ਇਲਾਵਾ ਨਵੇਂ ਤਰੀਕਿਆਂ ਦੇ ਅਨੇਕ ਭਾਂਤ ਦੇ ਸੰਤਾਂ ਲਈ ਵੀ ਮੇਰੇ ਪਿੰਡ ਵਿੱਚ ਬੜੀ ਸ਼ਰਧਾ ਹੈ। ਸੰਤਾਂ ਦੇ ਪ੍ਰਗਟ ਹੋਣ ਤੋਂ ਪਹਿਲਾਂ ਹੀ ਸ਼ਰਧਾਲੂ ਮੌਜੂਦ ਹੁੰਦੇ ਹਨ। ਇੱਕ ਦਿਨ ਪ੍ਰਭਾਤੇ ਜਦੋਂ ਡੱਬੂ ਕਰਦਿਆਂ ਤਾਰਿਆਂ ਦੀ ਮੱਧਮ ਪੈ ਰਹੀ ਲੋ ਵਿੱਚ ਚੜ੍ਹਦੇ ਵੱਲ ਪੌ ਫਟਾਲੇ ਦੀ ਚਿੱਟੀ ਚਾਨਣੀ ਅੰਦਰ ਲਾਲੀ ਆਪਣੀ ਸੰਧੂਰੀ ਪਾ ਘੋਲ ਰਹੀ ਸੀ। ਚੱਕੀਆਂ ਦੀ ਘੁੱਕਰ ਅੱਧ ਸੁੱਤਿਆਂ ਦੀ ਨੀਂਦ ਗਾੜੀ ਕਰ ਰਹੀ ਸੀ। ਪੰਖੀ ਆਲਣਿਆਂ ਵਿੱਚ ਚੀਂ-ਚੀਂ ਕਰਨ ਲੱਗੇ ਸੀ। ਕਿੱਲਿਆਂ ਉੱਤੇ ਖੜੇ ਕੱਟੇ ਵੱਛੇ ਦੁੱਧ ਚੁੰਗਣ ਲਈ ਰੰਬਣੇ ਸ਼ੁਰੂ ਹੋ ਗਏ ਸਨ। ਹਲਟ ਦੀ ਕੀ ਤੇ ਹਾਲੀਆਂ ਦੀਆਂ ਹੇਕਾਂ ਨੂੰ ਚੀਰਦੀ ਇੱਕ ਆਵਾਜ਼ ਮੇਰੇ ਪਿੰਡ ਦੇ ਕੁਝ ਲੋਕਾਂ ਦੇ ਭੋਲੇ ਭਾਲੇ ਕੰਨਾਂ ਨੇ ਇੰਜ ਸੁਣੀ। ਕੋਠੇ ਮੰਨਦੇ ਨੂੰ ਚਿੰਦਰਾ ਭਾਰੀ, ਕੁੰਜੀ ਹੱਥ ਸੰਤਾਂ ਦੇ। ਸੂਰਜ ਦੀ ਟਿੱਕੀ ਚੜ੍ਹਦੀ ਤੱਕ ਪਿੰਡ ਵਿੱਚ ਚਰਚਾ ਸ਼ੁਰੂ ਹੋ ਗਈ। ਗੋਹਾ ਕੂੜਾ ਕਰਦੀਆਂ ਜ਼ਨਾਨੀਆਂ, ਖੇਤਾਂ ਨੂੰ ਜਾਂਦੇ ਕਿਰਸਾਨਾਂ ਦਾ ਜਿੱਥੇ ਵੀ ਇੱਕ ਦੂਜੇ ਨਾਲ ਮੇਲ ਹੋਇਆ ਉੱਥੇ ਹੀ ਪਰਾ ਸਜਾ ਕੇ ਖੜੇ ਹੋ ਗਏ। ਮਖਿਆ ਨੀ, ਅੱਜ ਸਵੇਰੇ ਸ਼ਬਦ ਨਹੀਂ ਸੁਣਿਆ? ਨੀ ਮੇਰੇ ਡੁੱਬ ਜਾਣੇ ਕੰਨਾਂ ਵਿੱਚ ਕਾਹਨੂੰ ਵਲੇਲ ਪੈਂਦੀ ਐ? ਤੂੰ ਹੀ ਦੱਸ, ਸ਼ਬਦ ਵਾਲੀ ਕੀ ਗੱਲ ਐ? ਹੋਰ ਤੀਵੀਆਂ ਵੀ ਗੱਲ ਕਰਦੀਆਂ ਸੁਣਦੀਆਂ ਹਨ। ਕਹਿੰਦੇ ਮਾਧਪੁਰ ਵਾਲੇ ਸੰਤ ਅੱਜ ਪ੍ਰਗਟ ਹੋ ਗਏ ਨੇ। ਹੈਂ, ਸੱਚੀ ਭਾਈ? ਸੁਣਿਆ ਸੀ ਬਈ ਟਿੱਬੇ ਵਾਲੀ ਖੂਹੀ ਕੋਲ 6 ਮਹੀਨਿਆਂ ਤੋਂ ਇੱਕ ਸੰਤ ਤਪ ਸਾਧ ਰਿਹਾ ਹੈ। ਜ਼ਰੂਰ ਰੱਬ ਦੇ ਘਰੋਂ ਕੋਈ ਚੀਜ਼ ਮਿਲੀ ਹੈ, ਨਹੀਂ ਤਾਂ ਆਪਣੇ ਪਿੰਡ ਦੇ ਲੋਕ ਬੜੇ ਭੈੜੇ ਨੇ। ਇਹ ਐਵੇਂ ਤਾਂ ਕਿਸੇ ਨੂੰ ਸਿਆਣਦੇ ਵੀ ਨਹੀਂ। ਹੁਣ ਓਦਣ ਦੇ ਸੰਤਾਂ ਦੀ ਸ਼ੋਭਾ ਕਰਦੇ ਨਹੀਂ ਥੱਕਦੇ। ਤੇ ਆਦਮੀ ਪਰਿਆਂ ਵਿੱਚ ਬੈਠ ਕੇ ਗੱਲਾਂ ਕਰਨ। ਸੋਹਣਾ, ਸੰਤ ਦੀ ਕਿਵੇਂ ਗੱਲ ਹੈ? ਸੁਣਿਆ ਤੁਹਾਡੇ ਬਾਹਰ ਅੱਗੋਂ ਲੰਘੇ ਨੇ। ਮੈਂ ਤਾਇਆ ਉਦੋਂ ਡੰਗਰਾਂ ਨੂੰ ਪੱਠੇ ਪਾਉਣ ਉੱਠਿਆ ਸੀ। ਨਿੱਕੀ ਕੇ ਖਾਰਾ ਖੂਹ ਜੋੜਨ ਆਏ ਸੀ। ਭਜਨਾ ਹਲ ਦੀ ਹਨਾੜੀ ਪਾ ਰਿਹਾ ਸੀ। ਕੀ ਪੁੱਛਦਾ? ਸੰਤ ਨੇ ਜਦੋਂ ਸ਼ਬਦ ਲਾਇਆ ਬਸ ਕਪਾੜ ਹੀ ਖੋਲ ਦਿੱਤੇ। ਬਿਨਾਂ ਕਰਨੀ ਵਾਲੀ ਜ਼ਬਾਨ ਤੋਂ ਪਹਿਲਾਂ ਇਹੋ ਜਿਹਾ ਰਸ ਉਹੀ ਨਹੀਂ ਆਉਂਦਾ। ਓਏ, ਇਹ ਉਹੀ ਸੰਤ ਨੇ ਨਾ ਜਿਹੜੇ ਆਪਣੇ ਨਿੰਮ ਵਾਲੇ ਖੇਤਾਂ ਦੀਆਂ ਦੈੜਾਂ ਟਿੱਬਿਆਂ ਵਿੱਚ ਆਪਾਂ ਇੱਕ ਦਿਨ ਬੈਠੇ ਦੇਖੇ ਸੀ। ਲੋਕ ਕਹਿੰਦੇ ਸੀ ਪਖੰਡ ਕਰਦਾ ਸਾਧ। ਹੁਣ ਪਤਾ ਲੱਗੂ ਜਦੋਂ ਪਤੰਦਰ ਪ੍ਰਗਟ ਹੋ ਗਿਆ। ਤਪੱਸਿਆ ਕਿਤੇ ਗੁੱਝੀ ਰਹਿੰਦੀ ਹੈ। ਅੱਜ ਹੀ ਸਾਰੇ ਪਿੰਡ ਵਿੱਚ ਜਸ ਫੈਲ ਗਿਆ। ਲੋ ਕਰ ਲੋ ਬੰਦ, ਜਿਹਨੇ ਕਿਸੇ ਦੀ ਜ਼ੁਬਾਨ ਬੰਦ ਕਰਨੀ ਹੈ। ਮਰਾ ਲਏ ਹੀ ਤਹੀ। ਸੰਤ ਹੁਣ ਗੁੱਝੇ ਨਹੀਂ ਰਹਿਣ ਲੱਗੇ। ਔ ਗਏ ਸਾਜਨ, ਔ ਗਏ। ਵਾਂਗੂ ਮੂਰੇ ਸੰਤ ਤੇ ਮਗਰ ਸ਼ਿਕਾਰੀ ਕੁੱਤੇ ਵਾਂਗ ਸਿਰ ਤਲਵਾਏ ਉਹਨਾਂ ਦੇ ਸ਼ਰਧਾਲੂ। ਆਖਰ ਸੰਤਾਂ ਨੂੰ ਸਰਕੜੇ ਦੇ ਬੁੱਝਿਆਂ ਵਿੱਚ ਦੱਬਿਆ ਨਹੀਂ ਜਾ ਲੱਭਿਆ। ਸੰਤ ਪ੍ਰਗਟ ਤਾਂ ਪਹਿਲਾਂ ਹੀ ਹੋ ਚੁੱਕੇ ਸਨ। ਹੁਣ ਤਾਂ ਗੁਰੂ ਲਾਦੋਰੇ ਵਾਂਗ ਦੂਰ ਦੋਹੀ ਫਿਰ ਗਈ। ਸਾਰੇ ਇਲਾਕੇ ਵਿੱਚ ਦਿਨਾਂ ਵਿੱਚ ਹੀ ਸੰਤਾਂ ਦੀਆਂ ਕਈ ਅਦਭੁਤ ਕਰਾਮਾਤਾਂ ਦੀ ਚਰਚਾ ਆਰੰਭ ਹੋ ਗਈ। ਲੋਕਾਂ ਕਹਾਣੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਆਮਕੇ ਪਿੰਡ ਵਾਲੇ ਸੂਬੇਦਾਰ ਨੇ 2 ਵਿਆਹ ਕਰਾਏ, ਪਰ ਮੁੰਡਾ ਨਹੀਂ ਸੀ ਹੁੰਦਾ। ਉਸ ਦੀ ਪਹਿਲੀ ਬਹੂ ਦਾ ਸੁੱਖ ਨਾਲ ਪੈਰ ਭਾਰਾ ਸੀ। ਸੰਤਾਂ ਨੇ ਬਚਨ ਕੀਤਾ, ਜੇ ਮੁੰਡਾ ਹੋਇਆ ਭਗਤਾ, ਗਰੀਬ ਗਰੂਬੇ ਨੂੰ ਜੱਗ ਕਰੀ। ਦੇਖ ਲੋ, ਗੱਲ ਪੱਕੀ ਨਿਕਲੀ। ਰੁੜੀ ਹੋਈ ਇੱਟ ਵਰਗਾ ਮੁੰਡਾ ਵਿਹੜੇ ਵਿੱਚ ਖੇਲਦਾ ਫਿਰਦਾ। ਲੈ, ਇਹ ਤਾਂ ਸਭ ਨੂੰ ਦਿੰਦਾ ਵੀ ਸੰਤ ਕਲਾ ਵਾਲੇ ਨੇ। ਸਿੱਖਾਂ ਦਾ ਮੁੰਡਾ ਕਾਮਲਾ ਹੋਇਆ ਸੀ। ਜੇ ਥੰਮ ਨੂੰ ਸੰਗਲ ਲਾਵੇ ਤਾਂ ਸੰਗਲ ਤੋੜ ਦਿੰਦਾ ਸੀ। ਇੱਟਾਂ ਵੱਟੇ ਚੱਕੀ ਦੇ ਪੁੜ, ਜੋ ਚੀਜ਼ ਹੱਥ ਆ ਜਾਵੇ ਸੰਤ ਘਰ ਟਪਾ ਛੱਡਦਾ ਸੀ। ਇੱਟਾਂ ਵੱਟੇ ਚੱਕੀ ਦੇ ਪੁੜ, ਜੋ ਚੀਜ਼ ਹੱਥ ਆ ਜਾਵੇ ਸੱਤ ਘਰ ਟਪਾ ਛੱਡਦਾ ਸੀ। ਇੱਕ ਦਿਨ ਉਹਦੀ ਮਾਂ ਰਾਤ ਨੂੰ
ਘਰਦਿਆਂ ਤੋਂ ਚੋਰੀ ਜਾ ਕੇ ਸੰਤਾਂ ਤੋਂ ਸਿਰ ਤੇ ਹੱਥ ਫਿਰਵਾ ਲਿਆਈ। ਬਸ ਉਦਣ ਤੋਂ ਚੰਗਾ ਭਲਾ ਹੈ। ਸੰਤਾਂ ਦੇ ਵਾਰ ਸਰਾਪ, ਕਰਾਮਾਤਾਂ ਤੇ ਕਰੋਪੀਆਂ ਦੀਆਂ ਬਿਨਾਂ ਖੰਭਾਂ ਤੋਂ ਅਜਿਹੀਆਂ ਡਾਰਾਂ ਬਣ ਕੇ ਉੱਡਣੀਆਂ ਸ਼ੁਰੂ ਹੋ ਗਈਆਂ ਕਿ ਅਲਫ ਲੈਲਾ ਦੇ ਕਿੱਸੇ ਮਾਤ ਪੈ ਗਈ। ਇੱਕ ਗੱਲੋਂ ਸੰਤ ਬੜੇ ਅਗਾਂਹ ਵਧੂ ਨਿਕਲੇ। ਉਹਨਾਂ ਨੇ ਸ਼ਬਦ ਕੀਰਤਨ ਦੇ ਸਾਰੇ ਤਰੀਕਿਆਂ ਨੂੰ ਛੱਡ ਕੇ ਮੁੰਡਿਆਂ ਦਾ ਗਿੱਧੇ ਦੀਆਂ ਬੋਲੀਆਂ ਵਾਲਾ ਸ਼ਬਦੀ ਜਥਾ ਤਿਆਰ ਕਰ ਲਿਆ। ਡੰਗਰ ਚਾਰਦੇ ਗੱਭਰੂਆਂ ਨੂੰ ਟਿੱਬਿਆਂ ਉੱਤੇ ਇਕੱਠੇ ਕਰਕੇ ਕਿਸੇ ਦੇ ਹੱਥ ਤੂੰਬਾ, ਕਿਸੇ ਦੇ ਹੱਥ ਕਾਟੋ ਤੇ ਕਿਸੇ ਦੇ ਘੁੰਗਰਾਲਾਂ, ਕਿਸੇ ਨੂੰ ਲੱਕੜ ਦੇ ਸੱਪ ਤੇ ਚਿਮਟੇ ਫੜਾ ਕੇ ਹਫ਼ਤੇ ਕੁ ਦੀ ਰਿਹਰਸਲ ਪਿੱਛੋਂ ਇੱਕ ਚੰਗੀ ਧਾਰਮਿਕ ਭੰਗੜਾ ਪਾਰਟੀ ਤਿਆਰ ਕਰ ਲਈ। ਇਹਨਾਂ ਕੀਰਤਨ ਰਸੀਆਂ ਨੂੰ ਇੱਕ ਪ੍ਰੇਮੀ ਨੇ ਕੁਝ ਪੈਸੇ ਲਿਆ ਕੇ ਸਲੇਟੀ ਭੋਥੇ, ਲਾਲ ਟਾਠੀਆਂ, ਟੌਰੇ ਵਾਲੇ ਸਾਫੇ, ਇੱਕੋ ਰੰਗੇ ਝੱਗੇ ਸਵਾ ਕੇ ਜਥੇ ਦੀ ਠਾਠ ਬੰਨ੍ਹ ਦਿੱਤੀ। ਪਹਿਲਾਂ ਪਹਿਲ ਇਹ ਕੀਰਤਨੀ ਜਥਾ ਟਿੱਬਿਆਂ ਉੱਤੇ ਪਿੰਡੋਂ ਬਾਹਰ ਹੀ ਆਪਣੀਆਂ ਸੰਗੀਤਕ ਧੁਨਾਂ ਅਲਾਪਦਾ ਰਿਹਾ। ਥੋੜ੍ਹੇ ਦਿਨਾਂ ਪਿੱਛੋਂ ਜਦੋਂ ਆਸ-ਪਾਸ ਦੇ ਪਿੰਡਾਂ ਤੋਂ ਖਾਸੇ ਸ਼ਰਧਾਲੂ ਅੱਪੜਨ ਲੱਗ ਪਏ ਤਾਂ ਇਹ ਜਥਾ ਪਿੰਡਾਂ ਦੇ ਪਿੜਾਂ ਵਿੱਚ ਜਾ ਕੇ ਆਪਣੇ ਅਖਾੜੇ ਜਮਾਉਣ ਲੱਗ ਪਿਆ। ਸ਼ਬਦਾਂ ਦੀ ਥਾਂ ਇਹਨਾਂ ਕੁਝ ਕੱਚੇ ਭੁੰਨੇ ਧਾਰਮਿਕ ਭਾਵਾਂ ਵਾਲੀਆਂ ਬੋਲੀਆਂ ਦੇ ਟੋਟਕਿਆਂ ਦੇ ਮੋਤੀ ਵਿਖੇਰਨੇ ਸ਼ੁਰੂ ਕਰ ਦਿੱਤੇ। ਇੱਕ ਵੀਰ ਦੇਈ ਵੇ ਰੱਬਾ, ਦੇਈ ਵੇ ਰੱਬਾ, ਸਹੁੰ ਖਾਣ ਨੂੰ ਬੜਾ ਚਿੱਤ ਕਰਦਾ ਹੈ। ਨਿਤ ਨਿਤਨੀ ਜਗਤ ਤੇ ਆਉਣਾ, ਉਹ ਜਗਤ ਤੇ ਆਉਣਾ, ਜ਼ਬਾਨ ਵਿੱਚ ਪਾ ਲੈ ਮਿਸ਼ਰੀ। ਇਹੋ ਜਿਹੇ ਸਦਾਚਾਰਕ ਗੀਤਾਂ ਦਾ ਕਲਚਰਲ ਸ਼ੋਅ ਦੇਖਣ ਨੂੰ ਕੌਣ ਨਾ ਆਉਂਦਾ। ਜੰਗਲਾਂ ਵਿੱਚ ਮੰਗਲ ਲੱਗਣ ਲੱਗ ਪਏ। ਜਦੋਂ ਪਿੰਡ ਦੇ ਗੱਭਰੂ ਤੇ ਸਿਆਣੇ ਲੋਕ ਖਾਸੀ ਗਿਣਤੀ ਵਿੱਚ ਸਰੋਤਿਆਂ ਵਿੱਚ ਸ਼ਾਮਿਲ ਹੋ ਗਏ ਤਾਂ ਸੰਤਾਂ ਤੇ ਉਹਨਾਂ ਦੇ ਸਾਥੀਆਂ ਨੇ ਪਿੰਡ ਠੁੱਠੀਵਾਲ, ਮੰਗੇਵਾਲ, ਕੁਰੜ, ਮਨਾਲ ਤੇ ਮੇਰੇ ਪਿੰਡ ਮਿੱਠੇਵਾਲ ਦੇ ਵਿਚਾਲੇ ਰਾਹੀਆਂ ਪਾਂਦੀਆਂ ਵਾਸਤੇ ਪਾਣੀ ਪੀਣ ਲਈ ਲਗਾਈ ਖੂਹੀ ਨੂੰ ਆਪਣਾ ਕੇਂਦਰ ਥਾਪ ਦਿੱਤਾ। ਉਸ ਦਾ ਨਾਮ ਰੱਖਿਆ ਜੋਤਪੁਰੀ। ਦਰਸ਼ਕਾਂ ਵਿੱਚ ਫਿਰ ਇਸਤਰੀਆਂ ਵੀ ਆਉਣ ਲੱਗ ਪਈਆਂ। ਸੰਤਾਂ ਨੇ ਸ਼ਰਧਾਲੂਆਂ ਦੀ ਗਿਣਤੀ ਵਧਦੀ ਦੇਖ ਕੇ ਕੁਝ ਸ਼ਬਦਾਂ ਦੀਆਂ ਤੁਕਾਂ ਨੂੰ ਭੰਨ ਤੋੜ ਕੇ ਬੋਲੀਆਂ ਦੀ ਸ਼ਕਲ ਦੇਣੀ ਸ਼ੁਰੂ ਕਰ ਦਿੱਤੀ। ਜਿਵੇਂ ਨਾਮਾ ਛਿੰਬਾ ਕਾਣੀ ਕੌਡੀ ਦਾ, ਓਏ ਕਾਣੀ ਕੌਡੀ ਦਾ, ਨਾਮ ਜਪ ਕੇ ਲੱਖਾਂ ਦਾ ਹੋ ਗਿਆ। ਨਾਮ ਦੇਵ ਤੋਂ ਗੁਆਂਢਣ ਪੁੱਛਦੀ, ਕੀਤੋਂ ਤੈ ਬਣਾਈ ਛੱਪਰੀ। ਨਾਮੇ ਛਿੰਬੇ ਦੀ ਬਣਾਈ ਤੈਂ ਤਾਂ ਛੱਪਰੀ, ਧੰਨੇ ਦੀਆਂ ਗਊਆਂ ਚਾਰੀਆਂ। ਕਿੱਥੇ ਲੱਗਿਆ ਪ੍ਰੇਮ ਛੋਟੀ ਉਮਰੇ, ਪੁੱਛਦੇ ਨਾਰਦ ਖੜੇ। ਤੇਥੋਂ ਤਪ ਨੀ ਬਾਲ ਕਿਆ ਹੋਣਾ, ਜੰਗਲਾਂ 'ਚ ਸ਼ੇਰ ਬੁੱਕਦੇ। ਬੁਰੀਆਂ ਹੁੰਦੀਆਂ ਓਏ, ਬੁਰੀਆਂ ਹੁੰਦੀਆਂ ਮਤਰੇਈਆਂ ਮਾਵਾਂ, ਪੁੱਤਰਾਂ ਨੂੰ ਝਿੜਕਦੀਆਂ। ਪਾ ਲੈ ਤੱਤਿਆਂ ਥੰਮਾਂ ਨੂੰ ਜੱਫੀਆਂ, ਥੰਮਾਂ ਨੂੰ ਓਏ ਜੱਫੀਆਂ। ਦੇਖੂੰ ਤੇਰਾ ਰਾਮ ਰੱਖ ਲੂ, ਸਾਤੋਂ ਭੁੱਖਿਆਂ ਤੋਂ, ਸਾਤੋਂ ਭੁੱਖਿਆਂ ਤੋਂ ਭਗਤੀ ਨਾ ਹੋਵੇ। ਆ ਲੈ ਫੜ ਮਾਲਾ ਆਪਣੀ, ਤੱਤੜੀ ਰੇਤ ਨੂੰ ਲਾਈ, ਰੇਤੇ ਦੀ ਖੰਡ ਬਣ ਗਈ। ਮੋਰ ਘੁੱਗੀਆਂ ਕਬੂਤਰ ਤੋਤੇ, ਗੁਰੂ ਜੀ ਤੇਰਾ ਨਾਮ ਜਪਦੇ। ਤੈਂ ਤਾਂ ਕੌਡੇ ਜਿਹੇ ਪਾਪੀ ਬਾਬਾ ਤਾਰਤੇ, ਓਏ ਸਾਡੀ ਵਾਰੀ ਕਦੋਂ ਆਏਗੀ। ਕੋਈ ਲੈ ਗਿਆ ਭਗਤ ਚੁਰਾ ਕੇ ਬਰਮੇ ਦੇ ਵੇਦਾਂ ਨੂੰ, ਕੋਈ ਲੈ ਗਿਆ ਭਗਤ ਚੁਰਾ ਕੇ ਬਰਮੇ ਦੇ ਵੇਦਾਂ ਨੂੰ। ਪ੍ਰਭੂ ਹਰੀ ਨੇ ਸੂਰ ਦਾ ਅਵਤਾਰ ਧਾਰ ਕੇ ਕਿਵੇਂ ਬਰਮੇ ਦੇ ਵੇਦਾਂ ਨੂੰ ਚੁੱਕ ਕੇ ਪਤਾਲ ਵਿੱਚ ਚੁੱਭੀ ਮਾਰੀ ਤੇ ਤਿੰਨਾਂ ਕਾਲਾਂ ਦਾ ਜਾਣੂ ਬ੍ਰਹਮਾ ਵੇਦਾਂ ਬਿਨਾਂ ਪਿਆ ਤੜਫੇ, ਜਿਵੇਂ ਮੱਛੀ ਪਾਣੀ ਬਿਨਾਂ ਤੜਫਦੀ ਹੈ। ਵੇਦਾਂ ਦਾ ਕੋਈ ਅਤਾ ਪਤਾ ਨਾ ਲੱਗੇ। ਫਿਰ ਮੱਛ ਦਾ ਅਵਤਾਰ ਧਾਰ ਕੇ ਹਰੀ ਨੇ ਕਿਵੇਂ ਵੇਦ ਲਿਆ ਕੇ ਬਰਮੇ ਦਾ ਹੰਕਾਰ ਦੂਰ ਕੀਤਾ। ਅਵਤਾਰਾਂ ਤੇ ਭਗਤਾਂ ਆਦਿ ਦੀਆਂ ਕੁਝ ਇੱਧਰੋਂ ਉੱਧਰੋਂ ਸੁਣੀਆਂ ਸਾਖੀ ਪ੍ਰਮਾਣ ਵਾਲੇ ਉਪਦੇਸ਼ਕਾਂ ਵਾਲੀਆਂ ਕਥਾ ਕਹਾਣੀਆਂ ਸੁਣਾ ਕੇ ਪਿੱਛੋਂ ਉੱਪਰ ਦੱਸੀ ਹੱਲੇ ਦੀਆਂ ਧਾਰਨਾ ਵਿੱਚ ਜਦੋਂ ਸੰਤਾਂ ਨੇ ਇਹੋ ਜਿਹੇ ਹੋਰ ਟੋਟਕੇ ਸੁਣਾਉਣੇ ਤਾਂ ਸ਼ਰਧਾਲੂਆਂ ਨੂੰ ਤਰੇਲੀਆਂ ਲਿਆ ਦੇਣੀਆਂ। ਲੋਕਾਂ ਦੀਆਂ ਮੰਡਲੀਆਂ, ਬਹੁਤੀਆਂ ਬੀਬੀਆਂ ਪ੍ਰੇਮ ਰਸ ਵਿੱਚ ਗੁੱਦੀਆਂ ਮੂੰਹ ਹਨੇਰੇ ਜਥੇ ਲਿਜਾ ਕੇ ਪੁੱਜਣੀਆਂ ਸ਼ੁਰੂ ਹੋ ਗਈਆਂ। ਇੱਥੇ ਨਿੱਤ ਦਾ ਜੋੜ ਮੇਲਾ ਬਣ ਗਿਆ। ਆਸ-ਪਾਸ ਦੇ ਸੰਤਾਂ ਅਤੇ ਸ਼ਬਦੀ ਜਥਿਆਂ ਨੂੰ ਆਪਣੀ ਪੜਤ ਤੇ ਮਾਣ ਮਰਿਆਦਾ ਜਾਂਦੀ ਵੇਖ ਕੇ ਹੱਥਾਂ ਪੈਰਾਂ ਦੀ ਪੈ ਗਈ। ਕੁਝ ਕੱਟੜ ਖਿਆਲਾਂ ਦੇ ਹਮਾਤੜ ਬੰਦਿਆਂ ਨੇ ਸੰਤਾਂ ਵਿਰੁੱਧ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ। ਨਾ ਰਹਿਤ ਨਾ ਬਹਿਤ ਬੋਲੀਆਂ ਪਾਈ ਜਾਂਦਾ ਹੈ, ਇਹ ਸੰਤ ਕਿੱਧਰੋਂ ਹੈ। ਜਦੋਂ ਸੰਤਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਇੱਕੋ ਹੀ ਅਮੋਘ ਬਾਣ ਚਲਾ ਕੇ ਵਿਰੋਧੀ ਪ੍ਰਚਾਰ ਦਾ ਸਾਰਾ
ਅਸਰ ਹੂੰਝ ਛੱਡਿਆ। ਸੰਤਾਂ ਨੇ ਆਪਣੀ ਕੀਰਤਨ ਦਰਬਾਰ ਵਿੱਚ ਇੱਕ ਹੋਰ ਟੋਟਕਾ ਗਾਉਣਾ ਆਰੰਭ ਕਰ ਦਿੱਤਾ। ਰੱਬ ਫਿਰਦਾ ਸੀ, ਓਏ ਰੱਬ ਫਿਰਦਾ ਸੀ, ਫਿਰਦਾ ਸੀ ਧੰਨੇ ਦੇ ਖੁਰ ਵੱਢਦਾ, ਉਹਨੇ ਕਿਹੜਾ ਕੱਛ ਪਾਈ ਸੀ। ਪਿੰਡ ਦੇ ਸ਼ਬਦੀ ਜਥਿਆਂ ਵਿੱਚ ਵਧੇਰੇ ਗੈਰ ਜੱਟ ਜਾਤੀਆਂ ਦੇ ਲੋਕ ਹੁੰਦੇ ਹਨ। ਸੰਤ ਕਿਉਂਕਿ ਜੱਟ ਸਨ, ਇਸ ਲਈ ਉਸਨੇ ਵਿਰੋਧੀਆਂ ਨੂੰ ਪਛਾੜਨ ਤੇ ਆਪਣੀ ਧਿਰ ਪੱਕੀ ਕਰਨ ਲਈ ਮਨੋਵਿਗਿਆਨਿਕ ਟੁੰਬ ਦੇਣ ਵਾਲਾ ਇੱਕ ਹੋਰ ਟੋਟਕਾ ਇਜਾਦ ਕਰਕੇ ਸਪੂਤਨਿਕ ਰਾਕੇਟ ਵਾਂਗ ਚਲਾਉਣਾ ਸ਼ੁਰੂ ਕਰ ਦਿੱਤਾ। ਜਾਗੋ ਜਾਗੋ ਓਏ, ਜਾਗੋ ਓਏ ਭਰਾਵੋ ਜ਼ਿਮੀਦਾਰੋ, ਲਾਗੀਆਂ ਨੇ ਰੱਬ ਲੁੱਟ ਲਿਆ। ਧੰਨੇ ਭਗਤ ਦਾ ਗੋਬਿੰਦ ਗੋਬਿੰਦ ਸੰਗ ਵਾਲਾ ਸ਼ਬਦ ਸੁਣ ਕੇ ਲੋਕਾਂ ਨੂੰ ਸਾਖੀ ਸੁਣਾ ਕੇ ਅਰਥ ਸਮਝਾਉਣੇ, ਬਸ ਕੁੜੱਲ ਹੀ ਕੱਢ ਦੇਣੇ। ਜਿਵੇਂ ਜੱਟਾਂ ਤੋਂ ਲੁੱਟੇ ਜਾਂਦੇ ਰੱਬ ਨੂੰ ਛੇਤੀ ਲੁੱਟਣ ਲਈ ਹੁਣੇ ਹੱਲਾ ਬੁਲਾਉਣਾ ਹੈ, ਉਸ ਨੇ ਸ਼ਬਦ ਦੇ ਅਰਥ ਕਰਨੇ। ਇਹ ਗੱਲਾਂ ਸੁਣ ਕੇ ਧੰਨੇ ਜੱਟ ਨੂੰ ਰੋ ਜਾਣੀ ਗੁੱਸਾ ਚੜ੍ਹ ਗਿਆ। ਇਹ ਗੱਲਾਂ ਸੁਣ ਕੇ ਧੰਨਾ ਜੱਟ ਭਰਾਵੋ ਫਿਰ ਰੋ ਉੱਠਿਆ, ਬਈ ਇਹ ਤਾਂ ਕਮੀਨ ਕੰਦੂ ਹੀ ਰੱਬ ਨੂੰ ਲੁੱਟ ਕੇ ਲੈ ਚੱਲੇ। ਬਸ ਜਦੋਂ ਭਗਤੀ ਨੂੰ ਮੜਾਸਾ ਮਾਰ ਕੇ ਲੱਗ ਗਿਆ, ਜਿਵੇਂ ਜੱਟ ਕਿਸੇ ਖੇਤ ਵਿੱਚੋਂ ਕਹੀ ਮਾਰਨ ਲੱਗ ਜਾਂਦੇ ਨੇ। ਬ੍ਰਾਹਮਣ ਨੇ ਬਥੇਰੀ ਚਲਾਕੀ ਕੀਤੀ, ਉਹ ਵੀ ਅੱਗੋਂ ਪਤੰਦਰ ਟੱਕਰਿਆ, ਉਸਨੇ ਰੱਬ ਪੱਥਰ ਵਿੱਚੋਂ ਹੀ ਕੱਢ ਦਿਖਾਇਆ। ਇਹੋ ਜਿਹੀਆਂ ਅਜਬ ਕਹਾਣੀਆਂ ਸੁਣ ਕੇ ਗੁਰਮਤੀ ਖਿਆਲਾਂ ਦੇ ਸਿੱਖ ਇਹਨਾਂ ਸੰਤ ਘੋਰ ਵਿਰੋਧੀ ਬਣ ਗਏ ਤੇ ਆਮ ਲੋਕ ਵਧੇਰੇ ਸ਼ਰਧਾਲੂ ਦੇ ਜਥੇ ਸਮੇਤ ਪਿੰਡਾਂ ਦੇ ਦੌਰੇ ਸ਼ੁਰੂ ਕਰ ਦਿੱਤੇ। ਇੱਕ ਦਿਨ ਮੇਰੇ ਪਿੰਡ ਦੇ ਸ਼ਰਧਾਲੂ ਵੀ ਸੰਤਾਂ ਨੂੰ ਚਰਨ ਪਾਉਣ ਦਾ ਸੱਦਾ ਦੇ ਆਏ। ਸਾਡੇ ਪਿੰਡ ਦੇ ਕੱਟੜ ਖਿਆਲਾਂ ਦੇ ਸ਼ਬਦੀ ਜਥੇ ਦੇ ਮੈਂਬਰ ਸੰਤਾਂ ਦੇ ਵਿਰੋਧ ਵਿੱਚ ਡਟ ਕੇ ਖੜੇ ਹੋ ਗਏ। ਆਖੇ ਇਸ ਸੰਤ ਦੀ ਤਾਂ ਕੋਈ ਰਹਿਤ ਬਹਿਤ ਨਹੀਂ। ਆਖਰ ਫੈਸਲਾ ਇਹ ਹੋਇਆ ਕਿ ਜਿਸ ਦਿਨ ਸੰਤ ਸਾਡੇ ਪਿੰਡ ਆਉਣਗੇ, ਪਰਨੇ ਦੀ ਥਾਂ ਤੇੜ ਕਸ਼ਹਿਰਾ ਪਾਉਣਗੇ ਤੇ ਗੁਰਬਾਣੀ ਤੋਂ ਬਿਨਾਂ ਬਾਹਰਲੀਆਂ ਮਨਘੜਤ ਬੋਲੀਆਂ ਨਹੀਂ ਲਗਾਉਣਗੇ। ਸੰਤਾਂ ਨੇ ਕਿਹਾ, ਤੁਕ ਤਾਂ ਵੱਖ ਰਹੀ, ਲੱਗ ਕੰਨਾਂ ਵੀ ਬਾਹਰੋਂ ਨਹੀਂ ਲੱਗਣ ਦਿਆਂਗੇ, ਤੇ ਕੱਛ ਅਤੇ ਪਰਨੇ ਵਿੱਚ ਮੈਨੂੰ ਕੀ ਫਰਕ ਹੈ, ਓਦਣ ਕੱਛ ਪਾ ਲੂੰਗੇ। ਸੰਤਾਂ ਨੇ ਆਪਣੇ ਘੁੰਗਰੂਆਂ, ਸੱਪਾਂ, ਕਾਟੂਆਂ, ਤੁੰਬਿਆਂ ਵਾਲੇ ਨੌਜਵਾਨਾਂ ਦੇ ਜਥੇ ਦੀ ਘਣਘੋਰ ਆਵਾਜ਼ ਵਿੱਚ ਮੰਗਲਾਚਰਨ ਦਾ ਸ਼ਬਦ ਅਲਾਪਿਆ। ਏਕ ਓਂਕਾਰ, ਓਏ ਏਕ ਓਂਕਾਰ, ਸਤਨਾਮ, ਏਕ ਓਂਕਾਰ, ਏਕ ਓਂਕਾਰ। ਸੁਰਤਾਗਣ ਤੇ ਦੀਵਾਨ ਲਗਾਉਣ ਵਾਲੀ ਪਾਰਟੀ ਇਹ ਸੁਣ ਕੇ ਸੋਚ ਰਹੀ ਸੀ ਕਿ ਇਹ ਸ਼ਬਦ ਹੈ ਜਾਂ ਕੁਝ ਹੋਰ। ਸੰਤਾਂ ਨੇ ਇੱਕ ਹੋਰ ਨਹਿਲੇ ਉੱਤੇ ਦਹਿਲਾ ਕੱਢ ਮਾਰਿਆ, ਓਏ ਬਾਣੀ ਤੇਰੀ ਕੱਟੇ, ਵਈ ਕੱਟੇ ਕੱਟੇ, ਕੱਟੇ ਹਉਮੈ ਦੇ ਰੋਗ, ਓਏ ਬਾਣੀ ਤੇਰੀ ਕੱਟੇ, ਕੱਟੇ ਹਉਮੈ ਦੇ ਰੋਗ। ਇਸ ਕੱਟੇ ਕੱਟੇ ਦਾ ਮੁੜ ਮੁੜ ਅਨੁਪਰਾਸ ਛਣਕਾਰ ਵਾਲੀ ਤੁਕ ਸੁਣ ਕੇ ਆਪਣੇ ਘਰ ਦੇ ਕੱਟੇ ਵੱਛੇ ਘੁੰਮਣ ਲੱਗ ਪਏ। ਬਾਣੀ ਦੀ ਇਸ ਕੁਵਰਤੋਂ ਤੋਂ ਸਾਡੇ ਪਿੰਡ ਦੇ ਸ਼ਬਦੀ ਜਥੇ ਦੇ ਸਿਆਣੇ ਮੈਂਬਰ ਕੁਝ ਕਹਿਣ ਲਈ ਉਸਲ ਵੱਟੇ ਭੰਨ ਹੀ ਰਹੇ ਸਨ ਕਿ ਸੰਤਾਂ ਨੇ ਇੱਕ ਹੋਰ ਮੂੰਹ ਫੱਟ ਧਾਰਨਾ ਦਾ ਆਲਾਪ ਆਰੰਭ ਦਿੱਤਾ। ਦ੍ਰੋਪਦੀ ਦੀ ਕਥਾ ਸੁਣਾ ਕੇ ਟੋਟਕਾ ਗਾਇਆ। ਨਾਲ ਹੀ ਸੰਤਾਂ ਨੇ ਦ੍ਰੋਪਦੀ ਦੇ ਚੀਰਨ ਹਰਨ ਵਾਲੀ ਕਥਾ ਸੁਣਾਉਣੀ ਸ਼ੁਰੂ ਕਰ ਦਿੱਤੀ ਤੇ ਅੰਤ ਵਿੱਚ ਫਿਰ ਧਾਰਨਾ ਲਾ ਕੇ ਗੁੰਜਾਂ ਪਾ ਦਿੱਤੀਆਂ। ਇਹ ਸੁਣਦਿਆਂ ਹੀ ਜਦੋਂ ਸ਼ਬਦੀ ਜਥੇ ਦੇ ਮੈਂਬਰ ਦੀਵਾਨ ਵਿੱਚ ਉੱਠ ਕੇ ਜਾਣ ਲੱਗੇ ਤਾਂ ਪਿੰਡ ਦੇ 5-7 ਬੁੜਿਆਂ ਨੇ ਕਿਹਾ, ਚਲੋ ਚੰਗਾ ਹੋਇਆ, ਕਲੇਸ਼ ਨਿਬੜਿਆ, ਹੁਣ ਤਾਂ ਸੰਤ ਸ਼ਬਦ ਖੁੱਲ੍ਹ ਕੇ ਲਾਉਣਗੇ, ਜਿਵੇਂ ਪਹਿਲਾਂ ਸੰਤਾਂ ਨੇ ਕੋਈ ਕਸਰ ਛੱਡੀ ਹੋਈ ਸੀ। ਥੋੜ੍ਹੇ ਦਿਨਾਂ ਪਿੱਛੋਂ ਸੰਤਾਂ ਨੇ ਆਪਣੀ ਪ੍ਰਗਟਾਈ ਖੂਹੀ ਉੱਤੇ ਮੱਸਿਆ ਦਾ ਮੇਲਾ ਲਾਉਣ ਦਾ ਐਲਾਨ ਕਰ ਦਿੱਤਾ। ਜਿਹੜਾ 12 ਮੱਸਿਆ ਨਹਾਵੇਗਾ ਉਹ ਮਨ ਇੱਛਤ ਫਲ ਪਾਵੇਗਾ। ਇਹ ਵਾਕ ਸੁਣਦਿਆਂ ਹੀ ਮਨ ਇੱਛਤ ਫਲ ਪਾਉਣ ਵਾਲੇ ਗੰਢ ਦੇ ਪੂਰਿਆਂ ਤੇ ਅਕਲ ਦੇ ਊਰਿਆਂ ਦੀਆਂ ਵਹੀਰਾਂ ਪੈ ਗਈਆਂ। ਮੱਸਿਆ ਦੀ ਮਹੀਨਾ ਭਰ ਕੌਣ ਉਡੀਕ ਕਰਦਾ। ਮਨ ਦੀਆਂ ਭਾਵਨਾਵਾਂ ਪੂਰੀਆਂ ਕਰਨ ਵਾਲਿਆਂ ਨੇ ਖੂਹੀ ਦੀ ਮੌਣ ਪੁਆ ਪੁਆ ਕੇ ਉਸ ਦੀਆਂ ਚੀਕਾਂ ਕਢਾ ਦਿੱਤੀਆਂ। ਰੋਜ਼ਾਨਾ ਹੀ ਮੱਸਿਆ ਲੱਗਣ ਲੱਗ ਪਈ। ਖੂਹੀ ਦਾ ਥੱਲਾ ਕੁਲੰਜੇ ਵਾਂਗ ਤੋਂ ਜਦੋਂ ਪਾਣੀ ਗੰਧਲਾ ਨਿਕਲਣ ਲੱਗ ਪਿਆ ਤਾਂ ਸੰਤਾਂ ਦੇ ਸ਼ਰਧਾਲੂਆਂ ਨੇ ਅਮਰੀਕਾ ਦੇ ਚੰਨ ਤੇ ਪੁੱਜਣ ਵਾਂਗ ਇੱਕ ਹੋਰ ਧਾਰਨਾ ਦੀ ਕਾਢ ਕੱਢ ਲਈ। ਸ਼ਰਬਤ ਵਰਗਾ ਪਾਣੀ ਸੰਤਾਂ ਦੀ ਖੂਹੀ ਦਾ। ਖੂਹੀ ਦੇ ਨਾਲ ਹੀ ਇੱਕ ਪਿੱਪਲੀ ਸੀ। ਸੰਤਾਂ ਦੇ ਸ਼ਰਧਾਲੂਆਂ ਨੇ ਇੱਕ ਟੋਟਕੇ ਵਿੱਚ ਇਸ ਪਿੱਪਲੀ ਦਾ ਮਣਕਾ ਵੀ ਪਰੋ ਛੱਡਿਆ। ਗਿੱਠ ਗਿੱਠਣ ਲੱਗਣ ਪਤਾਸੇ ਸੰਤਾਂ ਦੀ ਪਿੱਪਲੀ ਨੂੰ। ਇਸ ਤੋਂ ਪਹਿਲਾਂ ਇੱਕ ਹੋਰ ਬੋਲੀ ਤਾਂ ਸੁਣੀ ਸੀ,
ਕੌੜੀ ਨਿੰਮ ਨੂੰ ਲੱਗਣ ਪਤਾਸੇ ਵਿਹੜੇ ਛੜਿਆਂ ਦੇ। ਪਰ ਇਹ ਗਿੱਠ ਗਿੱਠ ਲੰਮੇ ਪਤਾਸੇ ਦੇ ਕਰਾਮਾਤੀ ਵਾਕ ਨੇ ਤਾਂ ਸੰਤ ਨੂੰ ਚਕਾ ਚੁੰਦ ਹੀ ਛੱਡਿਆ। ਲੋਕਾਂ ਦੇ ਖੂਹੀ ਉੱਤੇ ਕਿਉਟਿਆ ਨਾ ਜਾਣ ਤੇ ਸੰਤਾਂ ਨੇ ਇੱਕ ਵੱਡੇ ਟਿੱਬੇ ਉੱਤੇ ਤਾਲ ਬਣਾਉਣ ਦੀ ਇੱਛਾ ਜ਼ਾਹਰ ਕੀਤੀ। ਪਿੰਡ ਦੇ ਲੋਕ ਤੇ ਵਧੇਰੇ ਮੇਰੇ ਪਿੰਡ ਦੇ ਕਈਆਂ ਟੋਕਰੀਆਂ ਲੈ ਕੇ ਇਸ ਸੇਵਾ ਦੇ ਅਖੰਡ ਜੱਗ ਤੋਂ ਉਦੋਂ ਮੁੜੇ ਜਦੋਂ ਤਲਾਅ ਦੇ ਥੱਲੇ ਵਿੱਚੋਂ ਪਾਣੀ ਸਿੰਮਣ ਲੱਗ ਪਿਆ। ਫਿਰ ਮੁਸ਼ਕਲ ਇੱਟਾਂ ਦੀ ਬਣੀ। ਨੇੜੇ ਤੇੜੇ ਕੋਈ ਭੱਠਾ ਨਹੀਂ ਸੀ। ਦੂਰੋਂ ਗੱਡਿਆਂ ਉੱਤੇ ਸੰਤਾਂ ਨੇ ਗਊ ਦੇ ਜਾਇਆਂ ਦੇ ਕੰਨੀ ਇੱਟਾਂ ਢੁਆਈਆਂ। ਉਹ ਠੀਕ ਨਾ ਮੰਨਿਆ। ਗਧੇ ਇਸ ਪਵਿੱਤਰ ਕਾਜ ਲਈ ਮੁੱਢੋਂ ਮਾੜੇ ਸਮਝੇ ਗਏ। ਸੰਤਾਂ ਨੇ ਇੱਟਾਂ ਕੇਵਲ ਵਹਿੰਗੀਆਂ ਵਿੱਚ ਆਈਆਂ ਲਾਉਣ ਦਾ ਐਲਾਨ ਕਰ ਦਿੱਤਾ। ਧੰਨ ਸੰਤ ਤੇ ਧੰਨ ਸੰਤਾਂ ਦੇ ਸ਼ਰਧਾਲੂ ਬਰਨਾਲੇ, ਮਹਿਲਾਂ ਅਤੇ ਹੋਰ 10 ਪਿੰਡਾਂ ਤੋਂ ਵਹਿੰਗੀਆਂ ਵਿੱਚ ਇੱਟਾਂ ਆਉਣੀਆਂ ਸ਼ੁਰੂ ਹੋ ਗਈਆਂ। ਪਿੰਡਾਂ ਦੇ ਰਾਜ ਸੇਵਾ ਲਈ ਪੁੱਜ ਗਏ। ਆਖਦੇ ਹਨ ਭਾਈ ਭਗਤੇ ਦਾ ਖੂਹ ਭੂਤਾਂ ਨੇ ਰਾਤੋਂ ਰਾਤ ਲਗਾ ਦਿੱਤਾ ਸੀ। ਉਹ ਤਾਂ ਪਤਾ ਨਹੀਂ ਸੱਚ ਹੈ ਜਾਂ ਝੂਠ, ਪਰ ਮੇਰੇ ਪਿੰਡ ਦੇ ਲਾਗੇ ਬਣੇ ਤੀਰਥ, ਇਸ ਲੋਕ ਤੀਰਥ ਨੂੰ ਅੱਖੀਂ ਦੇਖ ਸਕਦੇ ਹੋ ਕਿ ਲੋਕਾਂ ਨੇ ਵਹਿੰਗੀਆਂ ਤੇ ਇੱਟਾਂ ਢੋ ਕੇ ਕਿਵੇਂ ਪਹਿਲੇ ਤਾਂ ਤਿਆਰ ਕਰ ਛੱਡਿਆ ਹੈ। ਤਲਾਅ ਬਣਾ ਕੇ ਥੋੜ੍ਹੇ ਦਿਨਾਂ ਪਿੱਛੋਂ 5 ਗੱਡੇ ਗੁਲਗੁਲਿਆਂ ਦੇ ਪਕਵਾ ਕੇ ਲੋਕਾਂ ਨੂੰ ਖਵਾਏ। ਇੱਕ ਵਾਰੀ ਲੱਡੂਆਂ ਦਾ, 2 ਵਾਰੀ ਕੜਾਹ ਪੂਰੀ ਦਾ ਯੱਗ ਕੀਤਾ। ਇੱਕ ਵਾਰੀ ਜਲੇਬੀਆਂ ਦੇ 7 ਗੱਡੇ ਵੰਡੇ ਗਏ। ਜੋ ਜੀ ਆਵੇ ਤੇ ਜਿਤਨੀਆਂ ਜੀ ਕਰਦਾ ਖਾਵੇ। ਕਹਿੰਦੇ ਹਨ ਸੰਤਾਂ ਨੇ ਲੱਡੂਆਂ ਜਲੇਬੀਆਂ ਦੇ ਇਹੋ ਜਿਹੇ ਗੱਡੇ ਧੂਰੀ, ਸ਼ੇਰਪੁਰੇ, ਬਰਨਾਲਾ ਤੇ ਤਪਾ ਮੰਡੀ ਦੇ ਕੁਝ ਸ਼ਾਹੂਕਾਰਾਂ ਨੂੰ ਸਰਾਪ ਦੇਣ ਲਈ ਇੱਕੋ ਘੂਰੀ ਨਾਲ ਅਟੇਰ ਲਏ ਸਨ। ਕਈ ਸ਼ਰਧਾਲੂਆਂ ਨੇ ਸੰਤਾਂ ਨੂੰ ਲੜਕੀਆਂ ਚੜਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਵਿੱਚੋਂ ਆਖਦੇ ਹਨ ਕਈ ਲੰਗਰ ਦੀ ਸੇਵਾ ਕਰਦੀਆਂ ਹਨ। ਚਾੜਨ ਵਾਲਿਆਂ ਨੂੰ ਸੰਤ ਫੁਰਮਾ ਦਿੰਦੇ ਹਨ, ਇੱਥੇ ਛੱਡ ਜਾ ਭਾਈ, ਆਪੇ ਲੰਗਰ ਵਿੱਚ ਸਾਧ ਸੰਗਤ ਦੀ ਸੇਵਾ ਕਰਕੇ ਗੁਜ਼ਾਰਾ ਕਰਦੀ ਰਹੂ। ਲੜਕੀ ਨਾ ਹੋਈ, ਕੋਈ ਗਾਂ ਮੈਂ ਵੱਗ ਵਿੱਚ ਰਲਾਉਣੀ ਹੋਈ। ਫਿਰ ਇਹ ਸੰਤ ਆਪਣੇ ਇਸ ਅਵਾਮੀ ਤੀਰਥ ਉੱਤੇ ਇੱਕ ਮਹੀਨੇ ਕਈ ਦਰਜਨਾਂ ਵਿਆਹ ਕਰਾਉਣ ਲੱਗ ਪਏ। ਉਧਰੋਂ ਮੁੰਡੇ ਵਾਲਾ ਭਗਤ ਆਇਆ, ਇੱਧਰੋਂ ਲੜਕੀ ਵਾਲਾ। ਲੜਕੀ ਦਾ ਪੱਲਾ ਲੜਕੇ ਦੇ ਹੱਥ ਫੜਾਇਆ ਤੇ ਮਹਾਂਗੰਧਰਵ ਵਿਆਹ ਹੋ ਗਿਆ। ਇਹ ਵਿਆਹ ਆਮ ਤੌਰ ਤੇ ਛੋਟੇ ਤੋਂ ਛੋਟੇ ਬੱਚਿਆਂ ਦੇ ਕੀਤੇ ਜਾਂਦੇ ਸਨ। ਕਹਿੰਦੇ ਵੱਡੇ ਹੋ ਕੇ ਆਪੇ ਆਉਣ ਜਾਣ ਹੋ ਜਾਵੇਗਾ, ਬਥੇਰਾ ਵਸਣ ਰਸਣਗੇ। ਕੀ ਸੰਤਾਂ ਦੇ ਇਹ ਭਵਿੱਖ ਵਾਕ ਪੂਰੇ ਹੋਣ ਵਿੱਚ ਕੋਈ ਸ਼ੰਕਾ ਹੈ? ਸੰਤਾਂ ਨੇ ਆਪ ਵੀ 2-3 ਵਿਆਹ ਕਰਾਏ। ਉਹਨਾਂ ਦੀਆਂ ਪਤਨੀਆਂ ਵਿੱਚੋਂ ਜਿਨ੍ਹਾਂ ਦਾ ਸਤਿਕਾਰ ਲੋਕ ਮਾਤਾ ਜੀ ਕਹਿ ਕੇ ਕਰਦੇ ਹਨ, ਕਿਸੇ ਪੁੱਤ ਧੀ ਦੀਆਂ ਮਾਤਾਵਾਂ ਨਹੀਂ ਬਣ ਸਕੀਆਂ। ਸੰਤਾਂ ਦੇ ਸ਼ਰਧਾਲੂਆਂ ਦੀਆਂ ਜ਼ਰੂਰ ਮਾਤਾਵਾਂ ਹਨ, ਜਿਨ੍ਹਾਂ ਬਾਰੇ ਸ਼ਰਧਾ ਸਤਿਕਾਰ ਸੰਤਾਂ ਦੇ ਪ੍ਰੇਮੀਆਂ ਵਿੱਚ ਸੰਪੂਰਨ ਹੈ। ਕਹਿੰਦੇ ਹਨ ਮਾਤਾ ਜੀ ਦੀ ਆਸ਼ੀਰਵਾਦ ਨਾਲ ਸਭਨਾ ਪ੍ਰੇਮੀਆਂ ਦੇ ਸਾਰੇ ਕਾਰਜ ਅਜੇ ਆਪ ਹੀ ਰਾਸ ਆ ਜਾਂਦੇ ਹਨ। ਇੱਕ ਸਾਲ ਪਿੰਡ ਦੇ ਲੋਕ ਪਿੜ ਚੁੱਕ ਕੇ ਦਾਣੇ ਘਰਾਂ ਵਿੱਚ ਲਿਆ ਕੇ ਵਿਹਲੇ ਹੋਏ ਹੀ ਸਨ ਕਿ ਇੱਕ ਚਿੱਟ ਚਾਦਰੀਏ ਸੰਤਾਂ ਦੇ ਜਥੇ ਨੇ ਸਾਡੇ ਪਿੰਡ ਨੂੰ ਆ ਨਿਵਾਜਿਆ। ਸੰਤਾਂ ਦਾ ਮਧਰਾ ਦੋਹਰੇ ਬੰਦ ਦਾ ਪ੍ਰਭਾਵਸ਼ਾਲੀ ਜੁੱਸਾ, ਮੋਟੀਆਂ ਭਰਮੀਆਂ ਪਿੰਜਣੀਆਂ ਤੇ ਗੋਡੇ ਦੀ ਚੱਪਣੀ ਤੱਕ ਲੰਮੀ ਮੂਰੀ ਵਾਲਾ ਨੀਲ ਵੜੀ ਰੰਗਿਆ ਚਿੱਟੇ ਪਤਲੇ ਲੱਠੇ ਦਾ ਕਛਹਿਰਾ, ਇੱਕ ਚਿੱਟੀ ਚਾਦਰ ਦੀ ਗਿਲਤੀ ਦੀ ਲਪੇਟ ਵਿੱਚ ਆਪਣਾ ਲੁਸ ਕਰਦਾ ਸਰੀਰ ਕੱਜਿਆ ਹੋਇਆ ਸੀ। ਗੋਲ ਮੋਲ ਚਿੱਟੀ ਮਲਮਲ ਦੀ ਲਪੇਟਵੀਂ ਪਗੜੀ, ਹੱਥ ਵਿੱਚ ਮਾਲਾ, ਅੱਧ ਮਿੱਟੇ ਨੈਣ, ਫਰਫਰਾਂਦੇ ਬੁੱਲ। ਦੂਰੋਂ ਹੀ ਸ਼ਰਧਾਲੂਆਂ ਉੱਤੇ ਸੰਤਾਂ ਦੀ ਅਦਭੁਤ ਸ਼ਖਸੀਅਤ ਹੋਣ ਦਾ ਰੋਹ ਬਿਠਾ ਰਹੇ ਸਨ। ਪਿੰਡ ਵਿੱਚ ਘੜਿਆਲ ਫੇਰਿਆ ਗਿਆ। ਸ਼ਾਮ ਨੂੰ ਸੰਤ ਅਰਜਨ ਸਿੰਘ ਬੜਕੂ ਦਾ ਇੱਕ ਜਥਾ ਦੀਵਾਨ ਲਾਏਗਾ। ਲੋਕਾਂ ਨੇ ਇੱਕ ਠੱਠੇ ਦਾ ਤਾਂ ਨਾ ਬੜਕੂ ਸੁਣਿਆ ਸੀ। ਇਹ ਸੰਤ ਕਿਹੋ ਜਿਹੇ ਬੜਕੂ ਹੋਏ। ਖਾਓ ਪੀਓ ਹੁੰਦਿਆਂ ਹੀ ਲੋਕ ਸੰਤਾਂ ਦੇ ਜੌਹਰ ਦੇਖਣ ਲਈ ਗੁਰਦੁਆਰੇ ਪੁੱਜਣੇ ਆਰੰਭ ਹੋ ਗਏ। ਸੰਤਾਂ ਨੇ ਖੜੇ ਹੋ ਕੇ ਇੱਕ ਮੇਜ਼ ਉੱਤੇ ਵਾਜਾ ਰੱਖ ਲਿਆ। ਜਦੋਂ ਵਾਜੇ ਦੀ ਇੱਕ ਸੁਰ ਇੱਕ ਉਂਗਲੀ ਨਾਲ ਦੱਬ ਕੇ ਅਤੇ ਨਾਲ ਦੀ ਸੁਰ ਉੱਤੇ ਠੋਲਾ ਮਾਰ ਕੇ ਬੀਨ ਵਜਾ ਲਹਿਰੀਆ ਸ਼ੁਰੂ ਕੀਤਾ ਤਾਂ ਦੂਜੇ ਸਾਜ਼ਾਂ ਵਾਲਿਆਂ ਨੇ ਆਪਣੇ ਕਮਾਲ ਵਿਖਾਉਣੇ ਸ਼ੁਰੂ ਕਰ ਦਿੱਤੇ।
ਸਾਡੇ ਪਿੰਡ ਦੇ ਕੀਰਤਨੀਏ ਤੇ ਦੂਜੇ ਲੋਕਾਂ ਨੇ ਪਹਿਲੀ ਵਾਰੀ ਦੇਖਿਆ ਕਿ ਢੋਲਕ ਵਰਗੀ ਇੱਕ ਲੰਮੀ ਮਰਦੰਗ ਵੀ ਹੁੰਦੀ ਹੈ, ਜਿਸ ਦਾ ਧਾਮੇ ਵਾਲਾ ਪਾਸਾ ਚੌੜਾ ਅਤੇ ਦੂਜਾ ਤੰਗ ਅਤੇ ਲੰਮਾ ਹੁੰਦਾ ਹੈ। ਮਰਦੰਗ ਵਜਾਉਣ ਵਾਲਾ ਪਹਿਲਾਂ ਹੌਲੀ-ਹੌਲੀ, ਫਿਰ ਜਿਉਂ-ਜਿਉਂ ਸੰਤ ਪੈਰ ਦਾ ਇਸ਼ਾਰਾ ਦਿੰਦੇ ਗਏ, ਤੇਜ਼ੀ ਨਾਲ ਮਰਦੰਗ ਦੀਆਂ ਗਤਾਂ ਬਦਲਦਾ ਰਿਹਾ। 3 ਤਾਲ ਤੋਂ ਤਲਵਾੜਾ ਤੇ ਫਿਰ ਦੁੱਗਣ ਤੇ ਪਲਟੇਦਾਰ ਤੋੜਿਆਂ ਨਾਲ ਗੁਰਦੁਆਰੇ ਦੇ ਆਸ-ਪਾਸ ਦਾ ਵਾਯੂਮੰਡਲ ਗੁੰਜਾ ਦਿੱਤਾ। ਲੋਕ ਕੋਠਿਆਂ ਤੋਂ, ਦਲਾਨਾਂ ਵਿੱਚੋਂ ਸੁੱਤੇ ਪਏ ਉੱਠ ਕੇ ਦੀਵਾਨ ਵਿੱਚ ਆ ਗਏ। ਉੱਧਰ ਚਿਮਟੇ ਵਾਲੇ ਨੇ ਕਦੇ ਚਿਮਟਾ ਸਿਰ ਉੱਤੋਂ ਦੀ ਫੇਰ ਕੇ, ਕਦੇ ਅੱਗੇ ਦੀ ਤੇ ਕਦੇ ਪਿੱਛੇ ਦੀ, ਕਦੇ ਵੱਖੀਆਂ ਵਿੱਚੋਂ ਦੀ ਘੁਮਾ ਕੇ ਤੇ ਕਦੀ ਛੈਣਿਆਂ ਤੇ ਹੱਥ ਫੇਰ ਕੇ ਉਹ ਛਣਕਾਟਾਂ ਕੱਢੀਆਂ ਕਿ ਦੀਵਾਨ ਸੁਣਨ ਆਏ ਲੋਕ ਕਿੱਲੇ ਹੋਏ ਨਾਗ ਵਾਂਗ ਝੂਮਣ ਲੱਗ ਪਏ। ਸੰਤਾਂ ਨੇ ਡੰਡੌਤ ਬੰਦਨਾ ਲੰਮੀ ਹੇਕ ਨਾਲ ਅੱਖਾਂ ਮੀਟ ਕੇ ਪੜ੍ਹਨ ਪਿੱਛੋਂ ਪਹਿਲੀ ਧਾਰਨਾ ਦਾ ਆਲਾਪ ਕੀਤਾ। ਜੇ ਮਨ ਡੋਲਦਾ ਦਿਸੇ, ਦੇ ਦਈਏ ਸ਼ਬਦ ਦਾ ਹੋੜਾ, ਤਿੰਨਾਂ ਲੋਕਾਂ ਦੇ ਪਤੀ ਪਰਮਾਤਮਾ, ਮੇਰੀ ਹੈ ਡੰਡੌਤ ਬੰਦਨਾ। ਇਸ ਨੂੰ ਗੁਰਬਾਣੀ ਦੇ ਭਾਵਾਂ ਨਾਲ ਮੇਲਣ ਲਈ ਸ਼ਲੋਕ ਪੜ੍ਹਿਆ। ਡੰਡੌਤ ਬੰਦਨਾ ਅਨੇਕ ਪਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਇਸ ਪਿੱਛੋਂ ਸੰਤਾਂ ਨੇ ਪਹਿਲਾ ਮਜ਼ਮੂਨ ਸੇਵਾ ਅਤੇ ਦਾਨ ਦੀ ਮਹੱਤਤਾ ਦਾ ਛੋਇਆ। ਸੇਵਾ ਨੂੰ ਲੱਗਦੇ ਮੇਵੇ, ਸੇਵਾ ਨੂੰ ਲੱਗਦੇ ਮੇਵੇ, ਕਰਕੇ ਤਾਂ ਦੇਖ ਲੈ ਓਏ ਸੇਵਾ ਨੂੰ ਲੱਗਦੇ ਮੇਵੇ। ਲੱਕ ਛੱਲੇ ਛੱਪਾ ਪਾ ਲੈ, ਹੱਥ ਸੌਂਦੇ ਨਹੀਂ ਕਿਤੇ ਦਾਨ ਬਿਨਾ। ਫਿਰ ਕੁਝ ਸੰਤਾਂ ਦੀ ਸੇਵਾ ਕਰਨ ਦੀ ਮਹਿਮਾ ਦੀਆਂ ਧਾਰਨਾ ਗਾਈਆਂ ਗਈਆਂ। ਹਰ ਮਿਲਣੇ ਦੀ ਜੁਗਤੀ ਸੰਤ ਬਤਾ ਦੇਣਗੇ, ਜਿਹੜੀ ਸੰਤਾਂ ਦੇ ਨਾਲ ਵਿਹਾਵੇ ਸੋਈ ਸੁਲੱਖਣੀ ਘੜੀ। ਸੰਤਾਂ ਨੇ ਸੰਗਤ ਨੂੰ ਅਪੀਲ ਕੀਤੀ, ਇੱਕ ਪਾਸੇ ਦਾਸ, ਇੱਕ ਪਾਸੇ ਭਾਈ ਤੇ ਇੱਕ ਪਾਸੇ ਮਾਈਆਂ, ਸਾਰੇ ਜਣੇ ਗੱਜ ਕੇ ਬੋਲਿਆ ਕਰੋ। ਦੀਵਾਨ ਵਿੱਚ ਕੋਈ ਜੀ ਪਵਿੱਤਰ ਹੋਣੋਂ ਨਾ ਰਹਿ ਜਾਵੇ। ਸੰਤਾਂ ਨੇ ਇਹ ਕੁਝ ਕਹਿ ਕੇ ਚੋਣਵੇਂ ਕਰੁਣਾਮਈ ਸ਼ਬਦਾਂ ਦੀਆਂ ਧਾਰਨਾਵਾਂ ਦੀ ਘਨਘੋਰ ਪਾਉਣੀ ਸ਼ੁਰੂ ਕਰ ਦਿੱਤੀ। ਮੇਰੇ ਵਿੱਚ ਨਾ ਗੁਰੂ ਜੀ ਗੁਣ ਕੋਈ, ਔਗਣਾਂ ਦਾ ਮੈਂ ਭਰਿਆ, ਮੇਰੇ ਦਿਲ ਦੀ ਮੈਲ ਨਾ ਜਾਵੇ, ਨਹਾਉਂਦਾ ਫਿਰਾਂ ਤੀਰਥਾਂ ਉੱਤੇ। ਇਸ ਪਿੱਛੋਂ ਸੰਤਾਂ ਨੇ ਸ਼ੁਭ ਕਰਮਾਂ ਦੀ ਪ੍ਰੇਰਨਾ ਵਾਲੀਆਂ ਧਾਰਨਾ ਦੀਆਂ ਤੁਕਾਂ ਛੋਹ ਲਈਆਂ। ਕਿੱਥੋਂ ਭਾਲਦੈਂ ਦਾਖ ਬਿਜੌਰੀਆਂ, ਕਿੱਕਰਾਂ ਤੇ ਬੀਜ ਬੀਜ ਕੇ, ਮਾਨਸ ਦੇਹੀ ਤੈਂ ਸਬੱਬ ਨਾਲ ਪਾ ਲਈ, ਐਵੇਂ ਨਾ ਗਵਾਲੀ ਮਿੱਤਰਾ। ਹੀਰਾ ਜਨਮ ਅਮੋਲਕ ਥਿਆਇਆ, ਭੰਗ ਭਾੜੇ ਖੋ ਨਾ ਦਈ, ਉੱਡ ਕੇ ਗੁਰਾਂ ਨੂੰ ਜਾ ਮਿਲੀਏ, ਜੇ ਖੰਭ ਵਿਕਦੇ ਹੋਣ ਬਜ਼ਾਰੀ। ਤੇਰੇ ਨਾਮ ਦੀ ਵੈਰਾਗਣ ਹੋਈ, ਬਣ ਬਣ ਫਿਰਾਂ ਢੂੰਡਦੀ, ਛੁਪ ਜਾਊ ਕੁੱਲ ਦੁਨੀਆ, ਇੱਥੇ ਨਾਮ ਸਾਈਂ ਦਾ ਰਹਿਣਾ। ਗਿਰਜਾ ਮਾਸ ਨਹੀਂ ਖਾਣਾ ਪਾਪੀ ਬੰਦਿਆਂ ਦਾ, ਜਦੋਂ ਕੱਢ ਕੇ ਵਹੀ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਂਗਾ। ਜਿਵੇਂ ਫੁੱਟੜ ਘੜੇ ਦਾ ਪਾਣੀ, ਔਧ ਤੇਰੀ ਜਾਵੇ ਬੀਤਦੀ, ਕੀ ਬੁਨਿਆਦਾਂ ਤੇਰੀਆਂ ਪਾਣੀ ਦਿਆ ਬੁਲਬੁਲਿਆ। ਤੇਰਾ ਚੰਮ ਨਹੀਂ ਕਿਸੇ ਦੇ ਕੰਮ ਆਉਣਾ, ਪਸ਼ੂਆਂ ਦੇ ਹੱਡ ਵਿਕਦੇ, ਜਿਹਨੇ ਕਾਲ ਪਾਵੇ ਨਾਲ ਬੰਨਿਆ, ਦੁਨੀਆ 'ਚ ਉਹ ਵੀ ਨਾ ਰਿਹਾ। ਕਾਹਨੂੰ ਬੰਨ੍ਹਦੀ ਛੱਪੜੀਏ ਦਾਵੇ ਨਾਲ ਦਰਿਆਵਾਂ ਦੇ। ਇਹਨਾਂ ਧਾਰਨਾ ਨਾਲ ਕੁਝ ਸਾਖੀਆਂ ਦੇ ਦ੍ਰਿਸ਼ਟਾਂਤ ਤੇ ਕੁਝ ਟੋਟਕੇ ਸੁਣਾ ਕੇ ਜਦੋਂ ਸੰਤਾਂ ਨੇ ਅਖੀਰਲੀ ਧਾਰਨਾ ਗਾਈ, ਹੁਣ ਹੋਣਗੇ ਸੰਜੋਗਾਂ ਨਾਲ ਮੇਲੇ, ਨਦੀਆਂ ਦੇ ਨੀਰ ਵਿਛੜੇ, ਤਾਂ ਸਾਰੇ ਸਰੋਤੇ ਅਧੀਨਗੀ ਦਾ ਰੂਪ ਬਣ ਕੇ ਸੰਤਾਂ ਦੇ ਚਰਨਾਂ ਉੱਤੇ ਜਾ ਢਹੇ। ਮਹਾਰਾਜ, ਤੁਸੀਂ 1 ਮਹੀਨਾ ਜ਼ਰੂਰ ਰਹੋ, ਅਸੀਂ ਤਾਂ ਕਦੇ ਇਹੋ ਜਿਹਾ ਸੁਆਦਲਾ ਦੀਵਾਨ ਹੀ ਨਹੀਂ ਸੁਣਿਆ। ਸੰਤਾਂ ਨੇ ਸ਼ਰਧਾਲੂਆਂ ਨੂੰ ਦੱਸਿਆ ਕਿ ਹੁਣ ਤਾਂ ਮਸਤੂਆਣੇ ਦੇ ਲੰਗਰ ਲਈ ਰਸਤਾਂ ਇਕੱਠੀਆਂ ਕਰਨ ਆਏ ਹਨ। ਕੁੱਲ 1 ਮਹੀਨਾ ਸੇਵਾ ਲਈ ਦਿੱਤਾ ਹੈ, ਫਿਰ ਆਪਣੇ ਟਿਕਾਣੇ ਚਲੇ ਜਾਣਗੇ। ਜੇ ਪਿੰਡ ਦੀਆਂ ਸੰਗਤਾਂ ਕੱਲ੍ਹ ਨੂੰ ਰਸਤਾਂ ਇਕੱਠੀਆਂ ਕਰਨ ਤਾਂ 1 ਦਿਨ ਹੋਰ ਰਹਿ ਪੈਣਗੇ। ਦੂਜੇ ਦਿਨ ਦੇ ਦੀਵਾਨ ਦਾ ਉਦੋਂ ਹੀ ਮਤਾ ਪਾਸ ਹੋ ਗਿਆ। ਦੀਵਾਨ ਲਈ ਦਰਵਾਜ਼ੇ ਮੂਹਰੇ ਖੁੱਲ੍ਹੇ ਥਾਂ ਦਾ ਪ੍ਰਬੰਧ ਕੀਤਾ ਗਿਆ। ਦਿਨ ਚੜ੍ਹਦੇ ਨਾਲ ਹੀ ਦੀਵਾਨ ਆਰੰਭ ਹੋ ਗਿਆ। ਸੰਤਾਂ ਨੇ ਤਾੜ ਲਿਆ ਕਿ ਅੱਜ ਦਾ ਦੀਵਾਨ ਸਧਾਰਨ ਨਹੀਂ। ਸੰਤਾਂ ਨੇ ਮਨਮੋਹਣੀ ਬੀਨ ਦਾ ਲਹਿਰੀਆ ਵਜਾ ਕੇ ਮੰਗਲਾਚਰਨ ਗਾਉਣ ਪਿੱਛੋਂ ਪਹਿਲੀ ਧਾਰਨਾ ਲਾਈ। ਉਹ ਰੱਬ ਮਿਲਦਾ ਗਰੀਬੀ ਦਾਵੇ, ਦੁਨੀਆ ਮਾਣ ਕਰਦੀ ਹੈ, ਉੱਥੇ ਕਰਮਾਂ ਦੇ ਹੋਣਗੇ ਨਬੇੜੇ, ਜਾਤ ਕੋਈ ਪੁੱਛਦਾ ਨਹੀਂ। ਲੱਗ ਨਾ ਕਿਸੇ ਨੂੰ ਜਾਵੇ ਹਉਮੈ ਵਾਲਾ ਰੋਗ ਚੰਦਰਾ, ਸਿੰਬਲ ਰੁੱਖੜਾ ਹੁਲਾਰੇ ਖਾਵੇ, ਖਾਲੀ ਜਾਵੇ ਨਾਮ ਤੋਂ ਬਿਨਾ। ਫਲ ਨੀਵਿਆਂ ਰੁੱਖਾਂ ਨੂੰ ਲੱਗਦੇ,
ਸਿੰਬਲਾ ਤੂੰ ਮਾਣ ਨਾ ਕਰੀ। ਆਪਣਿਆਂ ਭਗਤਾਂ ਦੇ ਰੱਬ ਆ ਕੇ ਕਾਜ ਸੁਆਰੇ। ਨਾਮਦੇਵ ਨੂੰ ਗਵਾਂਢਣ ਪੁੱਛਦੀ, ਕਿਤੋਂ ਤੈਂ ਬਣਾਈ ਛੱਪਰੀ। ਨਾਮਦੇਵ ਦੀ ਬਣਾਈ ਛੱਪਰੀ, ਧੰਨੇ ਦੀਆਂ ਗਊਆਂ ਚਰੀਆਂ। ਤੈਂ ਤਾਂ ਸਦਨੇ ਕਸਾਈ ਜਿਹੇ ਤਾਰੇ, ਉਹ ਮੇਰੀ ਵਾਰੀ ਕਦੋਂ ਆਊਗੀ। ਹੇਠ ਬਰੋਟੇ ਦੇ ਮੈਨੂੰ ਰੱਬ ਦੇ ਦਰਸ਼ਨ ਹੋਏ। ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਦਾ ਹੂਬਹੂ ਨਜ਼ਾਰਾ ਬੰਨ ਬਿਠਾਇਆ। ਫਰਕ ਪਿੱਪਲ ਤੇ ਬੋੜ ਦਾ ਸੀ। ਉਹ ਸੰਤਾਂ ਨੂੰ ਗਿਆਨ ਤਾਂ ਉਹ ਜਿਹਾ ਹੀ ਹੋਇਆ ਸੀ। ਇਸ ਤਰ੍ਹਾਂ ਇੱਕ ਇੱਕ ਧਾਰਨਾ ਨਾਲ ਜੁੜਦੇ ਜਿਹੇ ਭਾਵਾਂ ਵਾਲੇ ਸ਼ਬਦ ਲਾ ਕੇ ਸੰਤਾਂ ਨੇ ਜਦੋਂ ਮਾਇਆ ਲਈ ਅਪੀਲ ਕੀਤੀ ਤਾਂ ਪਹਿਲਾਂ ਬਰਕਤ ਰੰਗੜ ਨੇ 1 ਰੁਪਇਆ ਭੇਟਾ ਕੀਤਾ। ਸੰਤਾਂ ਨੇ ਇਸ ਪਿੱਛੋਂ ਭਰਮੀ ਆਵਾਜ਼ ਵਿੱਚ ਧਾਰਨਾ ਗਾਈ, ਜਿਸ ਨੇ ਸਾਰੇ ਦੀਵਾਨ ਨੂੰ ਹਲੂਣਾ ਦਿੱਤਾ। ਅੱਲਾ ਵਾਹਿਗੁਰੂ ਖੁਦਾ ਦਾ ਨਾਮ ਇੱਕ ਹੈ, ਭਰਮਾਂ 'ਚ ਪਈ ਦੁਨੀਆ। ਅੱਵਲ ਅੱਲਾ ਨੇ ਨੂਰ ਅਪਾਇਆ, ਬੰਦੇ ਸਭ ਕੁਦਰਤ ਦੇ। ਇਸ ਪਿੱਛੋਂ ਸੰਤਾਂ ਨੇ ਬਹੁਤ ਹੀ ਵਿਰਾਗਮਈ ਢੰਗ ਨਾਲ ਦੱਸਿਆ, ਵੱਡੇ ਸੰਤ ਮਹਾਰਾਜ ਮਸਤੂਆਣੇ ਵਾਲੇ ਗੁਰਮੁਖੋ, ਇੱਕ ਧਾਰਨਾ ਪੜ੍ਹਦੇ ਹੁੰਦੇ ਸੀ। ਹੁਣ ਮੈਂ ਉਹ ਧਾਰਨਾ ਪੜ੍ਹਾਂਗਾ, ਪਿੱਛੋਂ ਤੁਸੀਂ ਵੀ ਵਾਰੋ ਵਾਰੀ ਪੜ੍ਹਨੀ। ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ, ਸਭਨਾ ਘਟਾਂ ਦੇ ਵਿੱਚ ਰਾਮ ਬੋਲਦਾ। ਮਿੱਠਾ ਬੋਲਦੇ ਤੇ ਨੀਵਾਂ ਹੋ ਕੇ ਚੱਲਦੇ, ਇਹ ਚਾਲ ਗੁਰਸਿੱਖਾਂ ਦੀ। ਇਸ ਪਿੱਛੋਂ ਸੰਤਾਂ ਨੇ ਜਵਾਨੀਆਂ ਨੂੰ ਵੰਗਾਰਨ ਵਾਲੀਆਂ ਕੁਝ ਧਾਰਨਾਵਾਂ ਪੜ੍ਹੀਆਂ। ਧਨ ਜੋਵਨ ਫਲਾਂ ਦੀਆਂ ਵਾੜੀਆਂ, ਸਦਾ ਨੀ ਆਬਾਦ ਰਹਿਣੀਆਂ। ਧਨ ਜੋਵਨ ਫੁੱਲਾਂ ਦੀਆਂ ਵਾੜੀਆਂ, ਸਦਾ ਨੀ ਆਬਾਦ ਰਹਿਣਗੀਆਂ। ਤੈਨੂੰ ਰੋਗ ਦਾ ਪਤਾ ਨਹੀਂ ਕੋਈ, ਵੈਦਾਂ ਮੇਰੀ ਬਾਂਹ ਛੱਡ ਦੇ। ਸੋਹਣੀ ਜਿੰਦੜੀ ਨੇ ਰਾਹ ਮੌਤਾਂ ਦੇ ਪੈਣਾ, ਜੇ ਮੈਂ ਜਾਣਦੀ ਤਿਲਾਂ ਨੇ ਡੁੱਲ ਜਾਣਾ। ਸੰਭਲ ਕੇ ਬੁੱਕ ਭਰਦੀ, ਪੁੰਨ ਪਾਪ ਨੀ ਜਿੰਦੜੀਏ ਤੇਰੇ, ਅੱਗੇ ਜਾ ਕੇ ਤੋਲੇ ਜਾਣਗੇ। ਤੇਰੀ ਔਦ ਬੀਤਦੀ ਜਾਵੇ, ਭਜਨ ਕਰ ਗੋਬਿੰਦ ਦਾ। ਤੇਰੇ ਘਰ ਪਰਮੇਸ਼ਰ ਆਇਆ, ਸੁੱਤਿਆ ਤੂੰ ਜਾਗ ਬੰਦਿਆ। ਬਿਨਾਂ ਭਜਨ ਨੀ ਛੁਟਕਾਰਾ, ਦੇਖ ਲੈ ਵਿਚਾਰ ਕਰਕੇ। ਰੱਬਾ ਕਿਹੜਿਆਂ ਰੰਗਾਂ ਵਿੱਚ ਖੇਡੇ, ਮੈਂ ਕੀ ਜਾਣਾ ਤੇਰੀ ਸਾਰ ਨੂੰ। ਹੱਟ ਖੁੱਲੀ ਬਾਬੇ ਨਾਨਕ ਦੀ, ਸੌਦਾ ਲੈਣਗੇ ਨਸੀਬਾਂ ਵਾਲੇ। ਬਾਣੀ ਧੁਰ ਦਰਗਾਹੋਂ ਆਈ, ਪਾਪੀਆਂ ਦੇ ਤਾਰਨੇ ਨੂੰ। ਤੇਰੇ ਨਾਮ ਦੇ ਬਰਾਬਰ ਹੈ ਨੀ, ਖੰਡ ਮਖਿਆਲ ਮਿਸ਼ਰੀ। ਲੱਗ ਕੇ ਗੁਰਾਂ ਦੇ ਚਰਨੀ, ਸੋਨਾ ਹੋ ਜਾ 12 ਬੰਨੀ ਦਾ। ਸੰਤਾਂ ਨੇ ਪ੍ਰੇਰਨਾ ਤੇ ਜੋਸ਼ ਭਰੀਆਂ ਧਾਰਨਾਵਾਂ ਪਿੱਛੋਂ ਵੱਡੇ ਸੰਤਾਂ ਦੀ ਯਾਦ ਕਰਾ ਕੇ ਉਹਨਾਂ ਦੀ ਇੱਕ ਧਾਰਨਾ ਫਿਰ ਸਾਰੇ ਦੀਵਾਨ ਤੋਂ ਗਵਾਈ। ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਜਿਹੜਾ ਚੱਲਦਾ ਹੈ ਬਿਨ ਬੰਬੇ। ਨਸੀਬਾਂ ਵਾਲੇ ਚੜ੍ਹ ਜਾਣਗੇ, ਰਹਿ ਜਾਣਗੇ ਨਿਕਰਮਣ ਬੰਦੇ। ਇੰਨੇ ਚਿਰ ਵਿੱਚ ਦਰਵਾਜ਼ੇ ਦੀਆਂ ਚੌਂਕੜੀਆਂ ਅੱਗੇ ਦਾਣਿਆਂ ਦੇ ਢੇਰ ਲੱਗ ਪਏ। ਕਿਸੇ ਨੇ ਪ੍ਰਾਂਤ, ਕਿਸੇ ਨੇ ਤਸਲਾ, ਕਿਸੇ ਨੇ ਬਾਟੀ ਤੇ ਛੰਨਾ ਭਰ ਕੇ ਇਸ ਯੱਗ ਦਾ ਹਿੱਸਾ ਪਾਇਆ। ਇੱਕ ਭਾਈ ਨੂੰ ਵੱਡੀ ਸਹਾਇਤਾ ਦੇਣ ਵਾਲਿਆਂ ਨੇ ਅਰਦਾਸ ਵਿੱਚ ਨਾਂ ਲੈਣ ਦੀ ਲਿਸਟ ਬਣਾ ਰਿਹਾ ਦੇਖ ਕੇ ਸੰਤਾਂ ਨੇ ਛੋਟੇ ਵੱਡੇ ਸਭਨਾਂ ਦਾਨੀਆਂ ਦੇ ਮਨਾਂ ਨੂੰ ਭਰਮੀ ਤਸੱਲੀ ਦੇਣ ਲਈ ਧਾਰਨਾ ਗਾਉਣੀ ਆਰੰਭ ਕਰ ਦਿੱਤੀ। ਹੋਵੇ ਮਨਜ਼ੂਰ ਇਹਨਾਂ ਸੇਵਕਾਂ ਦੀ ਸੇਵਾ। ਅਖੀਰ ਵਿੱਚ ਉਹਨਾਂ ਨੇ ਪਿਘਲੇ ਮਨਾਂ ਉੱਤੇ ਸੁਹਾਗਾ ਛਿੜਕਣ ਵਾਲੀ ਇਹ ਕਰਾਮਾਤ ਗਾ ਕੇ ਕੀਤੀ। ਮਨ ਹੋ ਕੇ ਵੈਰਾਗੀ ਚੱਲਿਆ ਰੰਗਲੀ ਦੁਨੀਆ ਤੋਂ। ਸ਼ਬਦ ਦੀ ਧਾਰਨਾ ਪੜ੍ਹ ਕੇ ਸੰਤਾਂ ਨੇ ਬੇਨਤੀ ਕੀਤੀ ਕਿ ਇਹਨਾਂ ਰਸਤਾਂ ਨੂੰ ਅਸੀਂ ਭਾਈ ਹੱਥ ਨਹੀਂ ਲਾਉਣਾ। ਸਭ ਰਸਤਾਂ ਸੰਗਤਾਂ ਗੱਡੇ ਜੋੜ ਕੇ ਲੰਗਰ ਵਿੱਚ ਆਪ ਛੱਡ ਕੇ ਆਉਣ ਤੇ ਅਸੀਂ ਹੁਣੇ ਇੱਥੋਂ ਹੀ ਅਗਲੇ ਪੜਾਅ ਉੱਤੇ ਦੂਜੇ ਪਿੰਡ ਚਲੇ ਜਾਣਾ ਹੈ। ਲੋਕਾਂ ਨੇ ਬਥੇਰਾ ਜ਼ੋਰ ਲਾਇਆ ਕਿ ਸੰਤ ਜੀ ਇੱਕ ਦੀਵਾਨ ਹੋਰ ਲਾਉਣ, ਪਰ ਜੋਗੀ ਗਏ ਨਾ ਬੌੜਦੇ ਸੁੰਦਰਾਂ ਨੂੰ। ਸਾਧੂ ਕਿਸ ਦੇ ਮਿੱਤ ਹੁੰਦੇ ਹਨ, ਉਹ ਚਲੇ ਗਏ। ਸੰਤਾਂ ਦੀ ਜ਼ਬਾਨ ਵਿੱਚ ਬੜਾ ਰਸ ਸੀ, ਕਿਵੇਂ ਘੁੰਡੀਆਂ ਖੋਲ ਖੋਲ ਕੇ ਸਮਝਾਉਂਦੇ ਸੀ। ਕਈ ਦਿਨ ਚਰਚਾ ਚੱਲਦੀ ਅਤੇ ਸੰਤਾਂ ਦੀਆਂ ਸੁਣਾਈਆਂ ਸਾਖੀਆਂ ਤੇ ਸਾਜ਼ਾਂ ਦੀ ਛਣਕਾਰ ਕੰਨਾਂ ਵਿੱਚ ਗੂੰਜਦੀ ਰਹੀ। ਸਾਡੇ ਪਿੰਡ ਨੂੰ ਇੱਕ ਵਾਰੀ ਇੱਕ ਹੋਰ ਸੰਤ ਜੀ ਨੇ ਆ ਕੇ ਪਵਿੱਤਰ ਕੀਤਾ। ਸੰਤਾਂ ਜੀ ਦੀ ਆਮਦ ਤੋਂ ਹਫ਼ਤਾ ਭਰ ਪਹਿਲਾਂ ਪਿੰਡ ਦੀਆਂ ਉਹਨਾਂ ਗਲੀਆਂ ਦਾ ਜਿੱਥੋਂ ਦੀ ਸੰਤਾਂ ਨੇ ਲੰਘਣਾ ਸੀ, ਕੂੜਾ ਕਰਕਟ ਹੁੰਜੀਦਾ ਰਿਹਾ। ਸੰਤਾਂ ਦੇ ਠਹਿਰਨ ਵਾਲੀ ਬੈਠਕ ਦੇ ਤਾਂ ਜਿਵੇਂ ਭਾਗ ਜਾਗ ਪਏ। ਆਸ-ਪਾਸ ਦੀ ਸਫਾਈ ਤੋਂ ਇਲਾਵਾ ਸਫੈਦੀ ਕਰਕੇ ਫਰਸ਼ ਉੱਤੇ ਗੋਕੇ ਗੋਹੇ ਦੀ ਤਲੀ ਦਵਾ ਕੇ ਚਾਦਰਾਂ ਵਿਛਾਈਆਂ ਗਈਆਂ। ਸੰਤਾਂ ਦੇ ਸੁੱਖ ਆਸਣ ਹੋਣ ਲਈ
ਅਣਲੱਗ ਨਵਾਰੀ ਪਲੰਗ ਅਤੇ 7 ਬਿਸਤਰੇ ਅਲੱਗ ਰੱਖੇ ਗਏ, ਜਿਹੜੇ ਜਦੋਂ ਸੰਤ ਜੀ ਬਾਹਰ ਅੰਦਰ ਉੱਠ ਕੇ ਜਾਂਦੇ ਬਦਲ ਦਿੱਤੇ ਜਾਂਦੇ। ਇਹ ਬਿਸਤਰੇ ਸੰਤਾਂ ਦੇ ਸ਼ਰਧਾਲੂਆਂ ਨੇ ਨਾਲ ਆਏ ਸੇਵਕ ਹੀ ਲੈ ਜਾਂਦੇ ਹਨ। ਅਖੇ ਇਹ ਰੀਤ ਹੈ। ਮੰਜੇ ਦੇ ਪਾਵਿਆਂ ਨਾਲ ਮੋਤੀਏ, ਗੁਲਾਬ, ਚੰਬੇਲੀ ਦੇ ਫੁੱਲਾਂ ਦੇ ਹਾਰ ਸ਼ਰਧਾਲੂਆਂ ਵੱਲੋਂ ਲਪੇਟੇ ਗਏ। ਜਿੱਥੋਂ ਵੀ ਅੰਦਰ ਹਵਾ ਆਉਂਦੀ, ਉਸ ਹਰ ਬੂਹੇ ਬਾਰੀ ਤੇ ਚਿੰਥਾਂ ਵਿੱਚੋਂ ਕੁਝ ਉਚੇਚੇ ਫੁੱਲ ਦੇ ਗੁਲਦਸਤੇ ਲਿਆ ਕੇ ਅਤੇ ਬਚਦੇ ਫੁੱਲ ਪੱਤੇ ਗਲਾਸਾਂ ਤੇ ਗੜਬੀਆਂ ਵਿੱਚ ਪਾ ਕੇ ਰੱਖ ਦਿੱਤੇ ਗਏ। ਘੂੰ ਕਰਦੀ ਸੰਤਾਂ ਦੀ ਬਿਊਕ-ਕਾਰ ਉਹਨਾਂ ਨੂੰ ਸੂਏ ਦੀ ਪਟੜੀ ਉੱਤੇ ਛੱਡ ਗਈ। ਸੰਤ ਮਹਾਰਾਜ ਉੱਥੋਂ ਦੀ ਦੂਜੀ ਜੀਪ ਕਾਰ ਵਿੱਚ 1 ਫਰਲਾਂਗ ਦਾ ਪੈਂਡਾ ਕਰਕੇ ਸਾਡੇ ਪਿੰਡ ਦੀ ਧਰਤੀ ਪਵਿੱਤਰ ਕਰਨ ਲਈ ਆਏ। ਜਦੋਂ ਸੰਤ ਜੀ ਕਾਰ ਵਿੱਚੋਂ ਉਤਰੇ, ਉਹਨਾਂ ਦੇ ਕੋਮਲ ਚਰਨਾਂ ਲਈ ਇੱਕ ਨਵੀਂ ਜੁੱਤੀ ਪੇਸ਼ ਕੀਤੀ ਗਈ। ਜਦੋਂ ਸੰਤ ਜੀ ਬੈਠਕ ਦੇ ਬੂਹੇ ਤੱਕ 10 ਕਦਮਾਂ ਦੀ ਮੰਜ਼ਲ ਮਾਰ ਕੇ ਦਰਵਾਜ਼ਾ ਵੜਨ ਲੱਗੇ ਤਾਂ ਸੇਵਾਦਾਰ ਨੇ ਦੂਜੀ ਜੁੱਤੀ ਲੁਹਾ ਕੇ ਤੀਜੀ ਜੁੱਤੀ ਪਹਿਨਾ ਦਿੱਤੀ। ਜਦੋਂ ਸੰਤ ਜੀ ਮੰਜੇ ਉੱਤੇ ਬਿਰਾਜਮਾਨ ਹੋਏ ਤਾਂ ਤੀਜੀ ਜੁੱਤੀ ਇੱਕ ਪਾਸੇ ਰੱਖ ਕੇ ਇੱਕ ਵਧੀਆ ਵਲੈਤੀ ਸਲੀਪਰ ਰੱਖ ਦਿੱਤੇ। ਸੰਤਾਂ ਨੇ ਜਦੋਂ ਰੇਸ਼ਮੀ ਜੁਰਾਬਾਂ ਵਾਲੇ ਚਰਨ ਉਤਾਹਾਂ ਮੰਜੇ ਵੱਲ ਨੂੰ ਚੁੱਕੇ ਤਾਂ ਸ਼ਰਧਾਲੂਆਂ ਨੇ ਮਸਾਂ ਚਰਨਾਂ ਨੂੰ ਮੱਥੇ ਛੁਹਾ ਕੇ ਚਰਨ ਛੋਹ ਪ੍ਰਾਪਤ ਕੀਤੀ। ਸੰਤਾਂ ਦੀ ਚਰਨ ਧੂੜ ਮੱਥੇ ਨੂੰ ਲਾਉਣ ਦੀ ਰੀਝ ਇਹੋ ਜਿਹੇ ਨਵੇਂ ਜ਼ਮਾਨੇ ਦੇ ਸੰਤਾਂ ਨੂੰ ਦੇਖ ਕੇ ਹੁਣ ਠੀਕ ਨਹੀਂ ਜੱਚਦੀ। ਕਿਤਨਾ ਚਿਰ ਮੈਂ ਇਹ ਗੱਲਾਂ ਸੁਣ ਕੇ ਸੋਚਦਾ ਰਿਹਾ, ਜੇ ਇਹਨਾਂ ਸੰਤਾਂ ਦੀ ਚਰਨ ਧੂੜ ਦਾ ਕੋਈ ਸ਼ਰਧਾਲੂ ਹੋਵੇ ਤਾਂ ਉਸ ਨੂੰ ਨਿਰਾਸਤਾ ਦਾ ਬੁਰਾ ਮੂੰਹ ਦੇਖਣਾ ਪਵੇ। ਚਰਨ ਧੂੜ ਤਾਂ ਵੱਖ ਰਹੀ, ਸੰਤ ਦੀ ਤਾਂ ਕਿਸੇ ਜੁੱਤੀ ਜਾਂ ਵਲਾਇਤੀ ਸਲੀਪਰਾਂ ਦੇ ਤਲੇ ਚੱਟ ਕੇ ਵੀ ਮਿੱਟੀ ਦਾ ਕਿਣਕਾ ਨਹੀਂ ਲੱਭਦਾ। ਚਰਨ ਧੂੜ ਦੇ ਪ੍ਰੇਮੀ ਹੁਣ ਸੰਤਾਂ ਦੀਆਂ ਮੋਟਰਾਂ ਦੇ ਟਾਇਰਾਂ ਦੀ ਮਿੱਟੀ ਲਾ ਲਿਆ ਕਰਨ ਤਾਂ ਚਰਨ ਧੂੜ ਦੀ ਤਾਂ ਠੀਕ ਜਚੇਗੀ। ਸਾਡੇ ਪਿੰਡ ਸ਼ਾਇਦ ਸ਼ਰਧਾਲੂ ਘੱਟ ਸਨ। ਆਖਦੇ ਹਨ ਹੋਰ ਪਿੰਡ ਤਾਂ ਰੀਤ ਹੈ ਕਿ ਇਹ ਸੰਤ ਜੀ ਜਦੋਂ ਪਿੰਡ ਦੀਆਂ ਗਲੀਆਂ ਵਿੱਚੋਂ ਦੀ ਲੰਘਦੇ ਹਨ, ਜਨਾਨੀਆਂ ਦੁੱਧ ਦੇ ਗਿਲਾਸ ਲੈ ਕੇ ਖੜ ਜਾਂਦੀਆਂ ਹਨ। ਸੰਤ ਜੀ ਇੱਕ ਘੁੱਟ ਭਰ ਕੇ ਦੁੱਧ ਝੂਠਾ ਜਾਂ ਸੁੱਚਾ ਕਰਕੇ ਜਾਂਦੇ ਹਨ ਤੇ ਸ਼ਰਧਾਲੂ ਉਹ ਸ਼ੀਤ ਪ੍ਰਸ਼ਾਦ ਸਾਰੇ ਟੱਬਰ ਨੂੰ ਵਰਤਾਉਂਦੇ ਹਨ। ਕਿਸੇ ਦਾ ਮਨ ਤਾਂ ਸ਼ੀਤਲ ਹੁੰਦਾ ਹੀ ਹੋਵੇਗਾ। ਸੰਤਾਂ ਨੇ ਆਪਣਾ ਤਖਤ ਪੋਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਲਗਵਾਇਆ। ਜਦੋਂ ਉਹ ਵਲੈਤੀ ਸੈਂਟਾਂ ਨਾਲ ਮਹਿਕਦੀ ਰੇਸ਼ਮੀ ਖਫਨੀ ਨੂੰ ਛੰਡਦੇ, ਐਨਕਾਂ ਵਿੱਚੋਂ ਨਮ ਖੁਮਾਰੀ ਨਾਲ ਮਖਮੂਰ ਅੱਧ ਖੁੱਲੀਆਂ ਅੱਖਾਂ ਝਮਕਦੇ ਦੀਵਾਨ ਵਿੱਚ ਪੁੱਜੇ ਤਾਂ ਸਾਰੇ ਵਾਯੂਮੰਡਲ ਵਿੱਚ ਇੱਕ ਸੁਗੰਧ ਭਰਿਆ ਛਨਾਟਾ ਛਾ ਗਿਆ। ਸੰਤਾਂ ਨੇ ਦੀਵਾਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਸ਼ਾਹੂਕਾਰ ਦੇ ਬੇਟੇ ਤੋਂ ਇਸ ਲਈ ਪਾਣੀ ਪੀਣ ਤੋਂ ਇਨਕਾਰ ਕਰ ਦੇਣ ਦੀ ਸਾਖੀ ਸੁਣਾਈ ਕਿ ਉਸਦੇ ਹੱਥ ਕੋਮਲ ਸਨ। ਉਸ ਜਵਾਨ ਨੇ ਪਹਿਲਾਂ ਉਹਨਾਂ ਹੱਥਾਂ ਨਾਲ ਕੋਈ ਕੰਮ ਨਹੀਂ ਸੀ ਕੀਤਾ। ਸਾਖੀ ਖੂਬ ਰਸੀਲੇ ਢੰਗ ਨਾਲ ਸੁਣਾਈ ਤੇ ਲੋਕਾਂ ਨੂੰ ਹੱਥੀਂ ਕੰਮ ਤੇ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਕਾਸ਼ ਉਹ ਸਾਖੀ ਉਹਨਾਂ ਉੱਤੇ ਵੀ ਅਮਲੀ ਪ੍ਰਭਾਵ ਪਾਉਣ ਦਾ ਕੰਮ ਕਰਦੀ। ਜਦੋਂ ਕਿ ਇਸ ਡੇਰੇ ਦੇ ਵੱਡੇ ਗੁਰਮੁਖ ਸੰਤ ਜੀ ਹੱਥੀਂ ਗੋਡੀ ਤੇ ਵਾਢੀ ਕਰਕੇ ਲੰਗਰ ਦੀ ਸੇਵਾ ਕਰਦੇ ਰਹੇ, ਜਿਨ੍ਹਾਂ ਦੇ ਪ੍ਰਭਾਵ ਨੇ ਇਲਾਕੇ ਨੂੰ ਸੇਵਾ ਦੇ ਰੰਗ ਵਿੱਚ ਰੰਗਿਆ। ਉਹਨਾਂ ਨੇ ਜੀਵਨ ਨਾਲ ਸੇਵਾ ਦੀ ਰੀਤ ਜੋੜੀ ਹੋਈ ਸੀ। ਜਿਸ ਬੈਠਕ ਵਿੱਚ ਸੰਤ ਠਹਿਰੇ ਸਨ, ਉਸ ਦੇ ਆਸ ਮਹੀਨਾ ਭਰ ਪਿੱਛੋਂ ਸੰਤਾਂ ਦੇ ਥੋੜ੍ਹੇ ਸਮੇਂ ਵਿੱਚ ਵਰਤੇ ਸਾਬਣ ਆਤਰ ਦੀਆਂ ਮਹਿਕਾਂ ਉੱਠਦੀਆਂ ਰਹੀਆਂ। ਕੀ ਕਿਸੇ ਧਰਤੀ ਦੇ ਇਸ ਤੋਂ ਹੋਰ ਚੰਗੇ ਭਾਗ ਹੋ ਸਕਦੇ ਹਨ? ਇਸ ਪਿੰਡ ਦੇ ਇੱਕ ਸ਼ਾਨਦਾਰ ਸ਼ੌਕ ਰੱਖਣ ਵਾਲੇ ਸਰਦਾਰ ਨੂੰ ਜਦੋਂ ਮੈਂ ਉਸ ਤੋਂ ਥੋੜ੍ਹਾ ਚਿਰ ਪਿੱਛੋਂ ਇਸੇ ਬੈਠਕ ਵਿੱਚ ਦੇਖ ਕੇ ਅੰਦਾਜ਼ਾ ਲਾਇਆ ਕਿ ਸ਼੍ਰੀਮਾਨ ਦਰਬਾਰ ਸਾਹਿਬ ਨੂੰ, ਜਿਹੜੇ ਕਦੇ ਰਿਆਸਤੀ ਅਹਿਲਕਾਰ ਤੇ ਵੱਡੇ ਵਜ਼ੀਰ ਵੀ ਰਹੇ ਹਨ, ਵਧੀਆ ਪਹਿਨਣ ਪਚਰਨ ਦੇ ਨੰਬਰ ਵੱਧ ਦਿੱਤੇ ਜਾਣ ਕਿ ਸੰਤ ਜੀ ਨੂੰ, ਤਾਂ ਮੇਰਾ ਮਨ ਦੁਬਿਧਾ ਵਿੱਚ ਪੈ ਗਿਆ। ਇਸ ਦੁਬਿਧਾ ਵਿੱਚ ਪਤਾ ਨਹੀਂ ਕਿਤਨਾ ਚਿਰ ਹੋਰ ਫਸਿਆ ਰਹਿੰਦਾ ਜੇ ਉਹ ਆਲੀਸ਼ਾਨ ਸ਼ਾਨਾਂ ਵਾਲਾ ਸੋਹਣਾ ਸਰਦਾਰ ਜ਼ਮਾਨੇ ਦੀ ਹਵਾ ਮੁਤਾਬਕ ਖੱਦਰਧਾਰੀ ਨਾ ਹੋ ਗਿਆ ਹੁੰਦਾ ਤੇ ਉਧਰ ਸੰਤ ਜੀ 16 ਸ਼ਿੰਗਾਰਾਂ ਦੀ ਥਾਂ 32 ਸ਼ਿੰਗਾਰਾਂ ਦੇ ਧਾਰਨੀ ਨਾ ਬਣੇ ਹੁੰਦੇ। ਪੁਰਾਣੇ ਕਾਵ ਦਰਸ਼ਨ ਵਾਲਿਆਂ ਨੂੰ ਕੀ ਪਤਾ ਕਿ 100 ਚ ਇਸ਼ਨਾਨ ਸੋ ਅੰਜਨ ਮੰਜਨ ਵਾਲੇ 16 ਸ਼ਿੰਗਾਰਾਂ ਤੋਂ ਇਲਾਵਾ ਸਿਤਾਰਿਆਂ ਤੋਂ ਪਰੇ ਸ਼ਿੰਗਾਰਾਂ ਦੀ ਦੁਨੀਆ ਹੋਰ ਵੀ ਹੈ। ਮੇਰੇ ਪਿੰਡ ਤੋਂ ਕੁਝ ਵਿੱਥ ਤੇ ਹੀ ਰੋੜੇ ਵਾਲੀ ਖੂਹੀ ਤੇ
ਇੱਕ ਵਾਰੀ ਚਲੀਹਾ ਕੱਟਣ ਵਾਲੇ ਸੰਤ ਆ ਧਮਕੇ। ਸੰਤਾਂ ਦਾ ਇੱਕ ਸੇਵਕ ਹੋਰਾਂ ਪਿੰਡਾਂ ਵਾਂਗ ਸਾਡੇ ਪਿੰਡ ਵੀ ਗਜ਼ੇ ਨੂੰ ਆਉਂਦਾ। ਉਸ ਹੱਟੇ ਕੱਟੇ ਦੇ ਮੂੰਹ ਉੱਤੇ ਅੱਖਾਂ ਤੱਕ ਪਰਨਾ ਤੇ ਬੁੱਲਾਂ ਤੱਕ ਗੇਰੂ ਰੰਗੀ ਢਾਠੀ ਬੰਨੀ ਹੁੰਦੀ। ਉਸਨੇ ਪਿੱਤਲ ਦੀ ਟੁੱਟੀ ਵਾਲੀ ਲਿਸ਼ਕਦੀ ਚਿੱਪੀ ਮੱਖਣ ਰਾਮ ਦੇ ਆਵਾਜ਼ਿਆਂ ਨਾਲ ਜਦੋਂ ਲਵੇਰੀਆਂ ਵਾਲੇ ਘਰਾਂ ਤੋਂ ਭਰ ਲੈਣੀ। ਲੋਕਾਂ ਨੇ ਬਖਸ਼ੇ ਇਸ ਤਿਲ ਫੁੱਲ ਨੂੰ ਵੱਡੇ ਸੰਤਾਂ ਤੱਕ ਪਹੁੰਚਣ ਦਾ ਸਾਰਾ ਰਾਹ ਖਹਿੜੇ ਤੇ ਪਗਡੰਡੀਆਂ ਛੱਡ ਕੇ ਦੈੜਾਂ ਟਿੱਬਿਆਂ ਵਾਲੇ ਖੇਤਾਂ ਵਿੱਚ ਦੀ ਸਿੱਧੀ ਹੀ ਦੌੜ ਲਾ ਦੇਣੀ। ਜਦੋਂ ਕਿਸੇ ਨੇ ਸੰਤਾਂ ਦੀ ਕਰਨੀ ਦੀ ਗੱਲ ਪੁੱਛਣੀ ਤਾਂ ਫੇਰ ਜਿਵੇਂ ਬਿੱਲੀ ਦੇ ਭਾਗੀ ਛਿੱਕਾ ਹੀ ਟੁੱਟ ਪਿਆ ਹੋਵੇ। ਸੰਤਾਂ ਦੀ ਤਾਰੀਫ ਦੇ ਉਸਨੇ ਦਫ਼ਤਰ ਖੋਲ੍ਹ ਛੱਡਣੇ। ਸੰਤਾਂ ਨੇ ਦੀਵਾਲੀ ਤੋਂ ਪਹਿਲਾਂ ਰੋਹੀ ਵਾਲੇ ਖੂਹ ਉੱਤੇ ਖੁਆਜੇ ਦੀ ਆਰਾਧਨਾ ਆਰੰਭ ਕੀਤੀ। 40ਵੇਂ ਦਿਨ ਖੁਆਜਾ ਅਰੜਾ ਕੇ ਉੱਪਰ ਉੱਠਿਆ। ਉਸ ਦੇ ਨਾਲ ਕਈ ਚਲੀਹਾ ਕੱਢਣ ਵਾਲੇ ਖੁਆਜੇ ਦੀ ਤਾਵਨਾ ਝੱਲ ਸਕੇ। ਉਹਨਾਂ ਦੇ ਦਿਮਾਗ ਹਿੱਲ ਗਏ। ਸੰਤਾਂ ਵਿੱਚ ਕਲਾ ਪੂਰੀ ਸੀ। ਇਹਨਾਂ ਨੇ ਫੱਟ ਖੁਆਜੇ ਨੂੰ ਨੱਥ ਪਾ ਲਿਆ। ਹੁਣ ਜੋ ਖੁਆਜੇ ਨੂੰ ਕਹਿੰਦੇ ਹਨ ਉਹ ਫੱਟ ਕੇ ਦਿਖਾਉਂਦਾ ਹੈ। ਸੰਤਾਂ ਦੀ ਇਸ ਤਰ੍ਹਾਂ ਦੀ ਅਗਾਧ ਬੋਧ ਸ਼ਕਤੀ ਦੀਆਂ ਗੱਲਾਂ ਸੁਣ ਕੇ ਰੋੜੇ ਵਾਲੀ ਖੂਹੀ ਤੇ ਜਮਘਟੇ ਲੱਗਣੇ ਸ਼ੁਰੂ ਹੋ ਗਏ। ਉੱਥੇ ਸੰਤਾਂ ਨੇ ਇੱਕ ਕੱਚਾ ਭੋਰਾ ਪੁੱਟ ਲਿਆ। ਜਿਨ੍ਹਾਂ ਬਾਂਝ ਔਰਤਾਂ ਨੂੰ ਬੱਚੇ ਨਾ ਹੁੰਦੇ ਹੋਣ, ਸੰਤਾਂ ਨੇ ਉਹਨਾਂ ਦੇ ਸ਼ਰਤੀਆ ਇਲਾਜ ਦਾ ਵੀ ਐਲਾਨ ਕਰ ਦਿੱਤਾ। ਥੋੜੇ ਦਿਨਾਂ ਪਿੱਛੋਂ ਪਤਾ ਲੱਗਿਆ ਕਿ ਸੰਤ ਖੂਹੀ ਵਾਲੇ ਭੋਰੇ ਨੂੰ ਛੱਡ ਕੇ ਰਾਤੋਂ ਰਾਤ ਕਿਧਰੇ ਅਲੋਪ ਹੋ ਗਏ ਹਨ। ਨਾਲ ਹੀ ਇਹ ਵੀ ਕੰਨਾਂ ਸ਼ੋਰੀ ਗੱਲ ਸ਼ੁਰੂ ਹੋ ਗਈ ਕਿ ਸੰਤਾਂ ਨਾਲ ਲਾਗਲੇ ਪਿੰਡ ਦੀ ਮੁਟਿਆਰ ਵੀ ਨਿਕਲ ਗਈ ਹੈ। ਸੰਤ ਮਹਾਰਾਜ ਜੀ ਫਿਰ ਵੀ ਨਿਰਦੋਸ਼ ਸਨ। ਕੁੜੀ ਸੰਤਾਂ ਨੇ ਥੋੜਾ ਕੱਢੀ ਸੀ, ਉਹ ਤਾਂ ਸੰਤਾਂ ਦੇ ਨਾਲ ਆਪ ਨਿਕਲੀ ਸੀ। ਕਿਉਂ ਨਾ ਬਲਿਹਾਰੇ ਜਾਈਏ ਸੰਤਾਂ ਦੀ ਇਸ ਅਪਾਰ ਲੀਲਾ ਤੋਂ। ਇੱਕ ਵਾਰੀ ਭਾਰੀ ਮੀਂਹ ਪੈਣ ਪਿੱਛੋਂ ਹੜ੍ਹਕੀ ਆਏ ਸਾਰੀਆਂ ਫਸਲਾਂ ਫਨਾਹ ਹੋ ਗਈਆਂ। ਲੋਕ ਓਦਰੇ ਹੋਏ ਮਨਾਂ ਨਾਲ ਉਬਾਸੀਆਂ ਭੰਨ ਰਹੇ ਸੀ। ਇੱਕ ਚੰਗੀ ਖਬਰ ਆ ਪੁੱਜੀ ਬਈ ਨਾਲ ਲਾਗਲੇ ਪਿੰਡ ਛਾਪੇ ਵਿੱਚ ਇੱਕ ਕੂਕੇ ਸੰਤਾਂ ਦਾ ਜਥਾ ਆਇਆ ਹੈ। ਵਹੀ ਸ਼ਬਦ ਲਾਉਂਦੇ ਨੇ, ਬਸ ਧਮਚੀ ਚੁੱਕ ਦਿੰਦੇ ਨੇ। ਲੋਕਾਂ ਨੇ ਕੁੱਕਿਆਂ ਬਾਰੇ ਕਈ ਬੋਲੀਆਂ ਤੇ ਟੱਪੇ ਜੋੜ ਰੱਖੇ ਸੀ। ਕੁੱਕੇ ਬੜੇ ਕਸੂਤੇ, ਪਾਣੀ ਨਾ ਦਿੰਦੇ ਬੋਕੇ ਦੇ। ਕੁੱਕੇ ਬੜੇ ਕਸੂਤੇ, ਗੜ ਵੀ ਨਾ ਦਿੰਦੇ ਨਹਾਉਣ ਨੂੰ। ਕੁੱਕੇ ਗਾਉਣ ਲੱਗਣ ਨਾ ਦਿੰਦੇ ਮੇਲੇ ਮੁਕਤਸਰ ਦੇ। ਕਦੇ ਕਦੇ ਮੇਰੇ ਪਿੰਡ ਦੇ ਲੋਕਾਂ ਨੇ ਇੱਕ ਦੁੱਕੇ ਲੰਘਦੇ ਕਰਦੇ ਡੋਰੀ ਗੜਵਾ ਹੱਥਾਂ ਵਿੱਚ ਫੜੀ ਚੁਸਤ ਪਜਾਮਿਆਂ ਤੇ ਕਲੀਆਂ ਵਾਲੇ ਕੁੜਤਿਆਂ ਵਾਲੇ ਕੁੱਕੇ ਦੇਖੇ ਸੀ, ਪਰ ਉਹਨਾਂ ਦਾ ਦੀਵਾਨ ਲੱਗਿਆ ਨਹੀਂ ਸੀ ਸੁਣਿਆ। ਤੇ ਜਦੋਂ ਇਹ ਸੁਣਿਆ ਬਈ ਇਹ ਦੀਵਾਨ ਦਾ ਮਰੈਲੀ ਕੁੱਕਾ ਸੰਤ ਨੱਚਦਾ ਵੀ ਹੈ, ਫਿਰ ਤਾਂ ਲੋਕਾਂ ਦੇ ਸਭ ਕੰਮ ਦੂਰ ਹੋ ਗਏ। ਕਹਿੰਦੇ ਕੁੱਕਿਆਂ ਨੂੰ ਤਾਂ ਭਾਈ ਇੰਨਾ ਹਾਲ ਪੈਂਦਾ ਜਦੋਂ ਨੱਚਣ ਵਾਲਾ ਸੰਤ ਮਸਤਾਨਾ ਹੋ ਜਾਂਦਾ, ਸ਼ਬਦ ਗਾਉਂਦਾ ਗਾਉਂਦਾ ਛਾਲ ਮਾਰ ਕੇ ਦਰਖਤ ਉੱਤੇ ਜਾ ਚੜ੍ਹਦਾ। ਚਲੋ ਇਹ ਨਾਲੇ ਤਮਾਸ਼ਾ ਦੇਖਾਂਗੇ, ਨਾਲੇ ਚਾਰ ਰੱਬ ਦੇ ਘਰ ਦੀਆਂ ਵੀ ਸੁਣਾਂਗੇ। ਇਉਂ ਗੱਲਾਂ ਬਾਤਾਂ ਕਰਦੇ ਲੋਕੀ ਇੱਕ ਦੂਜੇ ਨੂੰ ਨਾਲ ਲੈ ਕੇ ਢਾਣੀਆਂ ਬਣਾ ਕੇ ਦੀਵਾਨ ਵਿੱਚ ਪੁੱਜ ਜਾਂਦੇ। ਢੋਲਕੀ ਦੀ ਚਟਕ ਚਾਲ ਦੀ ਤਿੱਖੀ ਆਵਾਜ਼ ਨੇ ਦੂਰੋਂ ਹੀ ਲੋਕਾਂ ਨੂੰ ਦੱਸ ਦਿੱਤਾ ਬਈ ਦੀਵਾਨ ਕਿੱਥੇ ਲੱਗਿਆ ਹੋਇਆ ਹੈ। ਇੱਕ ਖੁੱਲੇ ਚੁਗਾਨ ਵਿੱਚ ਚਿੱਟੇ ਕੱਪੜਿਆਂ ਤੇ ਗੋਲ ਪੱਗ ਵਾਲੇ ਕੁੱਕਿਆਂ ਦਾ ਜਥਾ ਹੱਥਾਂ ਵਿੱਚ ਛੈਣੇ ਫੜੀ ਖੂਬ ਸਿਰ ਮਾਰ ਮਾਰ ਕੇ ਸ਼ਬਦ ਗਾ ਰਿਹਾ ਸੀ। ਇੱਕ ਤੋਂ ਬਾਅਦ ਦੂਜੀ ਧਾਰਨਾ ਦਾ ਤੀਰ ਕਮਾਨ ਕੁੰਦੇ ਵਿੱਚੋਂ ਛੁੱਟਦਾ ਹੋਇਆ ਸਰੋਤਿਆਂ ਨੂੰ ਵਿੰਨ੍ਹਦਾ ਗਿਆ। ਓਏ ਉਹ ਘਰ ਕੁੱਕਿਆਂ ਦਾ ਜਿੱਥੇ ਛੈਣੇ ਢੋਲਕੀ ਖੜਕੇ ਥਾਲ ਭੰਨ ਕੇ ਬਣਾ ਲਏ ਛੈਣੇ, ਬਈ ਬੱਲੇ ਇਹਨਾਂ ਕੁੱਕਿਆਂ ਦੇ। ਮੇਰੇ ਛੈਣਿਆਂ ਚੋਂ ਹਰ ਹਰ ਬੋਲੇ, ਢੋਲਕੀ ਚੋਂ ਰਾਮ ਬੋਲਦਾ। ਉਹਨਾਂ ਦਿਨਾਂ ਵਿੱਚ ਕੁੱਕਿਆਂ ਨੇ ਦੋ ਲਹਿਰਾਂ ਚਲਾਈਆਂ ਹੋਈਆਂ ਸਨ। ਇੱਕ ਇਹ ਕਿ ਪੰਜਾਬ ਵਿੱਚ ਰੂਸ ਆਉਣ ਵਾਲਾ ਹੈ, ਸੋ ਸਾਖੀ ਵਿੱਚੋਂ ਤੁਕਾਂ ਪੜ੍ਹ ਕੇ ਸੁਣਾਇਆ ਕਰਦੇ ਸਨ। ਜਦ ਰੂਸ ਪੰਜਾਬੇ ਆਵੇ, ਟਕੇ ਸਿਰ ਅੰਨ ਵਿਕਾਵੇ, ਮੇਰਾ ਸਿੱਖ ਭੁੱਖਾ ਨਾ ਜਾਵੇ। ਤੇ ਨਾਲ ਹੀ ਆਖਦੇ ਸਨ ਇਹ ਖਲਬਲੀ ਤੋਂ ਬਚਣ ਲਈ ਲੋਕ ਭੱਜ ਕੇ ਰਵਾਲਸਰ ਪਹਾੜਾਂ ਉੱਤੇ ਜਾ ਕੇ ਸਕੇਤ ਮੰਡੀ ਦੇ ਇਲਾਕੇ ਵਿੱਚ ਜਾ ਵਸਣਗੇ ਤਾਂ ਹੀ ਬਚਣਗੇ। ਦੂਜੀ ਲਹਿਰ ਉਹਨਾਂ ਦੀ ਅੰਗਰੇਜ਼ਾਂ ਦੇ ਵਿਰੋਧ ਵਿੱਚ ਸੀ, ਜਿਸ ਵਿੱਚ ਇਸ ਗੱਲ ਦਾ ਗੁੱਸਾ ਵੀ ਵਧੇਰੇ ਸੀ ਕਿ ਉਹਨਾਂ ਕੁੱਕਿਆਂ ਦੇ ਗੁਰੂ ਬਾਬਾ ਰਾਮ ਸਿੰਘ ਨੂੰ ਫੜ ਕੇ ਕਿਉਂ ਵਿਛੋੜਿਆ। ਕਿਸੇ ਨਾ ਕਿਸੇ ਢੰਗ ਨਾਲ ਉਹ ਆਪਣੇ ਪ੍ਰਚਾਰ ਦੀ ਤਾਣ ਇਹਨਾਂ ਗੱਲਾਂ ਤੇ ਹੀ ਲਿਆ ਕੇ ਤੋੜਦੇ। ਇੱਕ ਕੁੱਕੇ ਨੂੰ ਅਜਿਹਾ ਜੋਸ਼ ਚੜਿਆ ਕਿ ਉਸਦੇ ਨਾਲ ਲੱਗਦੇ ਦਰਖਤ ਦੀਆਂ
ਪਲੁੰਜੜਾਂ ਨਾਲ ਲਟਕ ਕੇ ਸਿਰ ਮਾਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਮੁਖੀ ਸੰਤ ਨੇ ਬੈਠਿਆਂ ਲੋਕਾਂ ਦੀਆਂ 4-5 ਪਗੜੀਆਂ ਉਤਾਂਹ ਨੂੰ ਵਗਾ ਕੇ ਸੁੱਟੀਆਂ, ਨਾਲ ਹੀ ਧਾਰਨਾ ਲਾਈ, ਦਿਨ ਤਾਂ ਰਹਿ ਗਏ ਥੋੜ੍ਹੇ, ਹੁਣ ਕੀ ਦੇਖਦਾ ਓਏ ਭੱਜ ਗੋਰੇ, ਹੁਣ ਕੀ ਦੇਖਦਾ। ਆਜ਼ਾਦੀ ਲਿਆਉਣ ਦੀ ਕਾਹਲੀ ਪਈ ਲਾਲਸਾ ਤੇ ਇਸ ਖਿਆਲ ਤੋਂ ਕਿ ਰਾਮ ਸਿੰਘ ਜੀ ਅੰਗਰੇਜ਼ਾਂ ਦੇ ਜਾਣ ਪਿੱਛੋਂ ਸ਼ਾਇਦ ਛੇਤੀ ਆ ਜਾਣਗੇ, ਤੇ ਨਾਲ ਹੀ ਇਸ ਹੱਲਾਸ਼ੇਰੀ ਦੇ ਜੋਸ਼ੀਲੇ ਧਾਰਨਾ ਨੇ ਉਹ ਠਾਠ ਬੰਨਿਆ ਕਿ ਕਿਤਨੇ ਹੀ ਕੁੱਕੇ ਸਿਰ ਮਾਰ ਕੇ ਦੀਵਾਨੇ ਬਣ ਗਏ। ਖੁੱਲੀਆਂ ਬਾਬਰੀਆਂ ਨਾਲ ਸਿਰ ਹਿਲਾ ਕੇ ਜਦੋਂ ਉਹਨਾਂ ਮੁੜ ਕੇ ਇਹ ਧਾਰਨਾ ਚੁੱਕੀ, ਭੱਜੇ ਜਾਂਦੇ ਗੋਰੇ, ਹੁਣ ਕੀ ਦੇਖਦਾ, ਦਿਨ ਤਾਂ ਰਹਿ ਗਏ ਥੋੜ੍ਹੇ, ਹੁਣ ਕੀ ਦੇਖਦਾ, ਤੇ ਤੁਕ ਗਾਉਣੀ ਸ਼ੁਰੂ ਕੀਤੀ ਤਾਂ ਕਈ ਟੋਡੀਆਂ ਦੇ ਮਨ ਵੀ ਮੰਨ ਗਏ ਕਿ ਹੁਣ ਗੋਰੇ ਨਹੀਂ ਰਹਿਣ, ਵਰਤ ਕੇ ਹੀ ਰਹੇਗੀ। ਫਿਰ ਇੱਕਦਮ ਵੱਡੇ ਸੰਤਾਂ ਨੇ ਹੱਥ ਖੜਾ ਕਰਕੇ ਚੁੱਪ ਵਰਤਾ ਦਿੱਤੀ ਤੇ ਫਿਰ ਉਸਨੇ ਝੱਟ ਕੰਨ ਵਿੱਚ ਉਂਗਲ ਦੇ ਕੇ ਕੁੱਕਾ ਬਾਣੀ ਦੀ ਧੁਨੀ ਅਲਾਪ ਦਿੱਤੀ, ਓਏ ਅਸਾਂ ਹਿੰਦ ਵਿੱਚ ਗਦਰ ਮਚਾਉਣਾ, ਕੱਢਣਾ ਫਰੰਗੀਆਂ ਨੂੰ, ਇੱਥੋਂ ਚੁੱਕ ਲੈ ਫਰੰਗੀਆ ਡੇਰਾ, ਖਾਲਸੇ ਨੇ ਰਾਜ ਕਰਨਾ, ਛਾਉਣੀ ਕਰਦੇ ਫਰੰਗੀਆ ਖਾਲੀ, ਖਾਲਸੇ ਨੇ ਭੰਗ ਵਿਜਣੀ। ਇੱਕ ਧਾਰਨਾ ਉਹਨੇ ਛਾਲਾ ਮਾਰ ਕੇ ਉਹਨਾਂ ਇਸ ਤਰ੍ਹਾਂ ਧੰਮਾ ਚੌਕੜੀ ਚੁੱਕੀ ਜਿਵੇਂ ਫਰੰਗੀਆਂ ਨੂੰ ਕੱਢ ਕੇ ਰਾਤ ਨੂੰ ਸੌਣਾ ਹੁੰਦਾ। ਵਿੱਚੋਂ ਦੀ ਹੀ ਜਥੇ ਨੇ ਆਪਣੇ ਮਨੋਭਾਵ ਪ੍ਰਗਟ ਕਰਨੇ ਸ਼ੁਰੂ ਕਰ ਦਿੱਤੇ, ਓਏ ਨਹੀਂ ਖੱਦਰ ਬਿਨਾਂ ਹੱਥ ਲਾਉਣਾ, ਅਲਤਸਾਂ ਪਾੜ ਦੇਣੀਆਂ, ਰਾਜ ਅੰਗਰੇਜ਼ਾਂ ਦਾ, ਉਹ ਵਈ ਚੰਦ ਰੋਜ਼ ਦਾ ਚਾਲਾ, ਕੁੱਕਿਆਂ ਦਾ ਦੀਵਾਨ ਸੀ ਕਿ ਰਾਜਨੀਤਿਕ ਜਲਸਾ। ਇਸ ਦਾ ਨਿਰਣਾ ਕਰਨਾ ਸੱਚਮੁੱਚ ਔਖਾ ਸੀ। ਜੇ ਉਹਨਾਂ ਦੇ ਹੋਰ ਭਵਿੱਖ ਵਾਕ ਸੱਚੇ ਨਹੀਂ ਹੋਏ ਤਾਂ ਅੰਗਰੇਜ਼ਾਂ ਦੇ ਜਾਣ ਵਾਲਾ ਤਾਂ ਪੂਰਾ ਹੋ ਗਿਆ, ਇਹੋ ਹੀ ਕਾਫੀ ਸੀ। ਇਸ ਮਜ਼ਮੂਨ ਪਿੱਛੋਂ ਉਹਨਾਂ ਨੇ ਬਾਣੀ ਵਿੱਚੋਂ ਕਈ ਵਿਸ਼ੇ ਛੋਹੇ, ਨਾਨਕ ਵਿਚਾਰਾ ਭਾਈਆ ਦੀਵਾਨਾ ਤੋ ਦਰਸ਼ਨ ਕੇ ਤਾਈ, ਸ਼ਬਦ ਰਾਹੀਂ ਕੁੱਕਿਆਂ ਨੇ ਆਪਣੇ ਦੀਵਾਨੇ ਹੋਣ ਦੀ ਗੱਲ ਨੂੰ ਠੀਕ ਦਰਸਾਇਆ। ਫਿਰ ਇੱਕ ਨੇ ਵਿੱਚੋਂ ਤੁਕ ਚੁੱਕੀ, ਓਏ ਨੇ ਲਾਇਆ ਸੀ ਮੈਂ ਕਾਰੀਗਰ ਜਾਣ ਕੇ ਤੇ ਸੁੰਦਰ ਪਛਾਣ ਕੇ। ਧਾਰਨਾ ਦਾ ਇਸ਼ਾਰਾ ਬਾਬਾ ਰਾਮ ਸਿੰਘ ਜੀ ਵੱਲ ਸੀ, ਕਿਉਂਕਿ ਉਹ ਕਾਰੀਗਰਾਂ ਜਾਣੀ ਤਰਖਾਣਾਂ ਦੇ ਘਰ ਜੰਮੇ ਸੀ। ਦੀਵਾਨ ਦੀ ਸਮਾਪਤੀ ਕੁੱਕੇ ਤਾਂ ਠੰਡ ਵਿੱਚ ਹੀ ਘੋਟੀਆਂ ਹੋਈਆਂ ਸ਼ਰਧਾਈਆਂ ਛਕਣ ਲੱਗ ਪਏ। ਲੋਕ ਲੰਗਰ ਵਿੱਚੋਂ ਚੋਪੜੇ ਦਾਲ ਪ੍ਰਸ਼ਾਦੇ ਛਕ ਕੇ ਘਰਾਂ ਨੂੰ ਰਵਾਨਾ ਹੋ ਗਏ। ਕੁੱਕੇ ਕਾਦੇ ਨੇ ਬਈ, ਅੱਗ ਦੀ ਨਾਲ ਨੇ, ਮਜਾਲ ਹੈ ਕਿਸੇ ਤੋਂ ਡਰਨ, ਸਰਕਾਰ ਦੀ ਬੜੀ ਮਿੱਟੀ ਪੁੱਟਦੇ ਨੇ। ਦੀਵਾਨ ਤੋਂ ਵਾਪਸ ਆਉਂਦੇ ਹੀ ਨੁਕਤਾਚੀਨ ਉਹਨਾਂ ਦੀ ਨਿਡਰਤਾ ਤੇ ਸਰਕਾਰ ਵਿਰੋਧੀ ਜੋਸ਼ ਦੀ ਸਵਾਦ ਲਾ ਕੇ ਪ੍ਰਸ਼ੰਸਾ ਕਰਨ ਲੱਗੇ। ਲੋ ਜੀ ਕੁੱਕਿਆਂ ਦਾ ਦੀਵਾਨ ਵੀ ਦੇਖ ਲਿਆ, ਕਹਿੰਦੇ ਹੁੰਦੇ ਸੀ ਕੁੱਕੇ ਕੁਛ ਨਹੀਂ ਹੁੰਦੇ, ਇਹ ਕਿਹੜਾ ਦੀਵਾਨ ਘਟੀਆ ਲਾਉਂਦੇ ਨੇ, ਇੱਕ ਵਾਰੀ ਤਾਂ ਧਰਤੀ ਹਿਲਾ ਦਿੰਦੇ ਨੇ। ਗਿੱਧਾ ਪਾਉਣ ਵਾਲੇ ਮੁੰਡਿਆਂ ਨੇ ਆਪਣੀਆਂ ਬੋਲੀਆਂ ਦੇ ਲੋਕ ਕਾਵਿ ਵਿੱਚ ਕੁੱਕਿਆਂ ਦੀ ਬੋਲੀ ਵੀ ਜੋੜ ਕੇ ਸ਼ਾਮਲ ਕਰ ਲਈ। ਪੰਥ ਤਾਂ ਜੱਗ ਤੇ ਬਹੁਤ ਚੱਲੇ ਨੇ, ਕੁੱਕਿਆਂ ਦਾ ਪੰਥ ਨਿਰਾਲਾ, ਹੱਥਾਂ ਦੇ ਵਿੱਚ ਗੜਵੇ ਰੱਖਦੇ, ਗਲ ਉਹਨਾਂ ਦੇ ਮਾਲਾ, ਕੱਛੇ ਡੋਲ ਵਾਹਿਗੁਰੂ ਬੋਲਣ, ਟੁੱਬਾ ਲਾਉਣ ਨਿਰਾਲਾ, ਸਣ ਕੇਸੀ ਇਸ਼ਨਾਨ ਨਹੀਂ ਕਰਦੇ, ਗੁੜ ਦਾ ਪੀਣ ਪਿਆਲਾ, ਰਾਜ ਅੰਗਰੇਜ਼ਾਂ ਦਾ ਚੰਦ ਰੋਜ਼ ਦਾ ਚਾਲਾ। ਲੋਕਾਂ ਵਿੱਚ ਉਹਨਾਂ ਦੇ ਦੀਵਾਨ ਦੀਆਂ ਹਾਲ ਪੈਣ ਤੇ ਛਾਲਾਂ ਮਾਰ ਕੇ ਦਰਖਤਾਂ ਉੱਤੇ ਚੜ੍ਹਨ ਦੀਆਂ ਕਲਾਬਾਜ਼ੀਆਂ ਦੀ ਕਿਤਨੇ ਦਿਨ ਹੀ ਸੋਭਾ ਹੁੰਦੀ ਰਹੀ। ਮੇਰੇ ਪਿੰਡ ਦੇ ਵੱਡੇ ਟੋਬੇ ਵਾਲੇ ਬਰੋਟਿਆਂ ਹੇਠਾਂ ਇੱਕ ਵਾਰੀ ਨਾਗੇ ਸਾਧੂਆਂ ਦੀ ਮੰਡਲੀ ਉਤਰ ਪਈ। ਸ਼ਾਮ ਨੂੰ ਰਣ ਸਿੰਘੇ ਸੰਤ ਘੜਿਆਲ ਜਦੋਂ ਇੱਕੋ ਸਾਹੇ ਵੱਜੇ, ਇਹ ਅਜੀਬ ਕਿਸਮ ਦੀਆਂ ਆਵਾਜ਼ਾਂ ਸੁਣ ਕੇ ਪਿੰਡ ਦੇ ਬੁੱਢੇ ਬਾਲ ਵਾਹੋ ਦਾਹੀ ਘੁਮਿਆਰਾਂ ਦੀ ਭਾਂਡੇ ਪਕਾਉਣ ਵਾਲੀ ਭਖਦੀ ਆਵੀ ਦੇ ਉੱਤੋਂ ਦੀ ਸੰਤ ਮੰਡਲੀ ਦੇ ਦਰਸ਼ਨਾਂ ਨੂੰ ਭੱਜ ਪਏ। ਅੱਗੋਂ ਸੰਤ ਜੀ ਇੱਕ ਥਾਲ ਵਿੱਚ ਦੀਵੇ ਰੱਖ ਕੇ ਘੁਮਾਈ ਜਾ ਰਹੇ ਸਨ। ਚੁੱਪ ਕਰੋ ਓਏ, ਹੱਥ ਜੋੜ ਕੇ ਖੜੇ ਹੋ ਜਾਵੋ, ਸੰਤ ਆਰਤੀ ਉਤਾਰ ਰਹੇ ਹਨ। ਇੱਕ ਧਾਰਮਿਕ ਵਾਕਫਕਾਰ ਨੇ ਦੂਜਿਆਂ ਅਣਜਾਣਾਂ ਨੂੰ ਹਟਕ ਕੇ ਕਿਹਾ, ਆਰਤੀ ਕਿਹੜੇ ਬਰੋਟੇ ਉੱਤੇ ਚੜੀ ਹੋਈ ਹੈ? ਇੱਕ ਅਣਭੋਲ ਜਿਹੇ ਜੱਟ ਨੇ ਅੱਗੋਂ ਪ੍ਰਸ਼ਨ ਕੀਤਾ। ਲੈ ਸੁਣ ਲੈ ਬਈ, ਇਹਦੀ ਆਰਤੀ ਕਿਤੇ ਕੋਈ ਕਾਟੋ ਹੋਈ? ਇਹ ਤਾਂ ਰਾਸ ਦੇ ਪਾਠ ਪਿੱਛੋਂ ਸੰਤਾਂ ਦੀ ਭਜਨ ਕਰਨ ਦੀ ਇੱਕ ਰੀਤ ਹੈ। ਦੂਜੇ ਦਿਨ ਸਾਰੇ ਪਿੰਡ ਵਿੱਚ ਧੁੰਮ ਪੈ ਗਈ ਕਿ ਸੰਤਾਂ ਦੀ ਮੰਡਲੀ ਕੱਲ੍ਹ ਦੀ ਆਈ ਹੋਈ ਹੈ। ਇੰਨਾ ਨਿਗਰਿਆ ਹੋਇਆ ਪਿੰਡ ਹੈ ਕਿ ਕਿਸੇ ਨੇ ਭੰਡਾਰਾ ਵੀ ਨਹੀਂ ਕੀਤਾ। ਬੁੱਢੀਆਂ ਸਵੇਰੇ ਦੇ ਅਣਘਾਲੇ ਦੁੱਧ ਦੀਆਂ ਦੋਣੀਆਂ ਦੇ ਦੋਣੇ
ਬਲਟੋਈਆਂ ਭਰ ਕੇ ਸਮੇਤ ਭਾਂਡਿਆਂ ਦੇ ਨਾਗੇ ਸੰਤਾਂ ਦੀਆਂ ਮੰਡਲੀਆਂ ਨੂੰ ਚੜਾ ਆਈਆਂ। ਬਈ ਭਾਂਡਾ ਤਾਂ ਸੰਤਾਂ ਨੇ ਇੱਥੇ ਹੀ ਛੱਡ ਜਾਣੇ ਨੇ, ਪਿੱਛੋਂ ਆਪੋ ਆਪਣੀਆਂ ਲੈ ਆਵਾਂਗੀਆਂ। ਸਾਦਾ ਨੂੰ ਸਵਾਦਾਂ ਨਾਲ ਕੀ, ਉਹਨਾਂ ਤਾਂ ਤਨ ਦੇ ਕੱਪੜਿਆਂ ਦਾ ਵੀ ਤਿਆਗ ਕਰ ਛੱਡਿਆ। ਦੁਪਹਿਰ ਨੂੰ ਇੱਕ ਘਰ ਤੋਂ, ਜਿਨ੍ਹਾਂ ਦਾ ਇੱਕ ਵੱਡਾ ਸਾਧ ਹੋ ਗਿਆ ਸੀ, ਤੁਖਣਾ ਦੇਣ ਵਾਲਿਆਂ ਧੱਕੇ ਨਾਲ ਹੀ ਭੰਡਾਰਾ ਕਰਵਾ ਦਿੱਤਾ। ਜੇ ਅੱਜ ਹਰੀਏ ਬੁੜੇ ਦੀ ਔਲਾਦ ਹੁੰਦੀ ਤਾਂ ਅੱਧਾ ਘਰ ਤੇ ਜ਼ਮੀਨ ਵੰਡਾ ਕੇ ਬੈਠੀ ਹੁੰਦੀ, ਫੇਰ ਪਤਾ ਲੱਗਦਾ। ਹੁਣ ਇੱਕ ਭੰਡਾਰਾ ਦਿੰਦਿਆਂ ਜਾਨ ਨਿਕਲਣ ਲੱਗੀ। ਇਹ ਤੁਹਾਡਾ ਦੇਣਾ ਬਣਦਾ ਹੈ। ਇਸ ਮੰਤਕ ਸਾਹਮਣੇ ਕੌਣ ਮੁਨਕਰ ਹੁੰਦਾ। ਰਣਸਿੰਘਿਆਂ ਸੰਖਾਂ ਦੀ ਗੁੰਜਾਰ ਵਿੱਚ ਸੰਤਾਂ ਦੀ ਮੰਡਲੀ ਆਈ ਤੇ ਖੀਰ ਕੜਾਹ ਮਾਲ ਪੂੜਿਆਂ ਦਾ ਭੰਡਾਰਾ ਛੱਡ ਕੇ ਨਗਰ ਤੇ ਉਸ ਘਰ ਨੂੰ ਪਵਿੱਤਰ ਕਰ ਗਈ। ਪਿੰਡ ਦੇ ਸਾਰੇ ਖੁੰਡਾਂ ਦੇ ਮੁੱਢ ਤੇ ਪਾਥੀਆਂ ਦੇ ਗੁਹਾਰੇ ਰਾਤੋਂ ਰਾਤ ਸੰਤਾਂ ਦੀਆਂ ਧੂਣੀਆਂ ਤੇ ਸੜ ਕੇ ਸੁਆਹ ਹੋ ਗਏ। ਪਿੰਡ ਦੇ ਚੌਧਰੀਆਂ ਤੇ ਭਗਤ ਲੋਕਾਂ ਨੂੰ ਜਿਹੜੇ ਮੁਖੀਆਂ ਨਾਲ ਫਿਰ ਕੇ ਖੁੰਡ ਚਕਵਾ ਕੇ ਧੂਣੀਆਂ ਉੱਤੇ ਸੁਟਵਾ ਰਹੇ ਸਨ, ਇੱਕ ਅੱਖੜ ਜੱਟ ਕਹਿ ਬੈਠਾ, ਸਾਡੇ ਨੀਰੇ ਵਾਲੇ ਕੋਠੇ ਦਾ ਸ਼ਤੀਰ ਟੁੱਟਿਆ ਹੋਇਆ ਹੈ, ਇਹ ਗੈਲੀ ਉੱਥੇ ਚੜ੍ਹਨੀ ਹੈ। ਅੱਗੋਂ ਪਿੰਡ ਦੇ ਚੌਧਰੀ ਨੇ ਉਹ ਝੰਡ ਕੀਤੀ ਬਈ ਜੱਟ ਨੂੰ ਪਾਣੀ ਕਰ ਦਿੱਤਾ। ਇਹ ਕਲਯੁਗੀ ਜ਼ਮਾਨੇ ਵੀ ਸਾਡੀਆਂ ਫੁੱਟ ਜਾਣੀਆਂ ਅੱਖਾਂ ਨੇ ਵੇਖਣੇ ਸੀ। ਪਹਿਲਾਂ ਜਦੋਂ ਮੰਡਲੀ ਆਉਂਦੀ ਸੀ, ਨਾਗੇ ਸਾਧੂ ਘਰਾਂ ਵਿੱਚ ਜਾ ਕੇ ਆਪ ਦੁੱਧ ਦੀਆਂ ਕਾੜਨੀਆਂ ਲਾ ਲਿਆਉਂਦੇ ਸੀ। ਘਰ ਦੇ ਸਾਰੇ ਜੀਅ ਘਰ ਨੂੰ ਪਵਿੱਤਰ ਹੋਇਆ ਤੇ ਟੱਬਰ ਨੂੰ ਚੰਗੇ ਭਾਗਾਂ ਵਾਲਾ ਮੰਨਦੇ ਹੁੰਦੇ। ਉਹਨਾਂ ਸਤਜੁਗੀ ਜ਼ਮਾਨਿਆਂ ਨੂੰ ਸਿਆਣੇ ਐਵੇਂ ਰੋਂਦੇ ਨੇ। ਹੁਣ ਇੱਕ ਕਿੱਕਰ ਦੇ ਟੰਬੇ ਪਿੱਛੇ ਅੱਤੜਾ ਪੜਨ ਲੱਗਿਆ ਹੋਇਆ ਹੈ। ਕਈ ਮਹੀਨੇ ਜਿੱਥੇ ਨਾਗੇ ਸਾਧੂ ਬੈਠੇ ਰਹੇ ਸੀ, ਉੱਥੇ ਸੰਤਾਂ ਦੀਆਂ ਧੂਣੀਆਂ ਦੀ ਸੁਆਹ ਪਿੰਡ ਦੇ ਲੋਕ ਮੱਥੇ ਨੂੰ ਜਾ ਕੇ ਲਾਉਂਦੇ। ਹਰ ਹੀਮ ਕੀਮ ਹੋਣ ਵਾਲੇ ਡੰਗਰ, ਪਸ਼ੂ ਤੇ ਬੰਦਿਆਂ ਉੱਤੇ 7 ਗੇੜੇ ਦੇ ਕੇ ਸੁੱਟਦੇ। ਇਹ ਕਰਾਮਾਤੀ ਸੁਆਹ ਉਦੋਂ ਖਤਮ ਹੋਈ ਜਦੋਂ ਇਸ ਦਾ ਇੱਕ ਇੱਕ ਕਿਣਕਾ ਅੱਗ ਦੀ ਲੋੜ ਪੈਣ ਤੇ ਕੰਮ ਆਉਣ ਲਈ ਰਿਸ਼ਤੇ ਨਾਤੇਦਾਰਾਂ ਤੱਕ ਪਹੁੰਚਾ ਦਿੱਤਾ ਗਿਆ। ਮੇਰੇ ਪਿੰਡ ਦੇ ਇੱਕੋ ਵੇਲੇ ਇੱਕ ਸੰਤ ਆਏ ਹੋਣ ਤਾਂ ਕੁਝ ਗਿਣਤੀ ਦੇ ਕੱਟੜ ਆਦਮੀਆਂ ਨੂੰ ਛੱਡ ਕੇ ਸਾਰੇ ਲੋਕ ਆਦਰ ਕਰਦੇ ਹਨ। ਜੇ ਸੰਤ ਇੱਕ ਤੋਂ ਵੱਧ ਆ ਜਾਣ ਤਾਂ ਸ਼ਰਧਾਲੂ ਧੂੜਿਆਂ ਵਿੱਚ ਵੰਡੇ ਜਾਂਦੇ ਹਨ ਤੇ ਸੰਤਾਂ ਦੇ ਕੌਤਕ ਤੇ ਸਿੱਧੀਆਂ ਦੇ ਟਾਕਰੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹ ਸੰਤ ਤਾਂ 12 ਸਾਲ ਦੁੱਧਾਧਾਰੀ ਰਹੇ ਨੇ। ਨਹੀਂ ਹੋਏ, ਜਿਹੜੇ ਸੰਤ ਸਾਡੇ ਪਾਸੇ ਉਤਰੇ ਨੇ ਉਹ 20 ਸਾਲ ਜਲਧਾਰਾ ਕਰਦੇ ਰਹੇ ਹਨ। 7100 ਘੜਾ ਪਾਣੀ ਦਾ ਸਿਰ ਉੱਤੇ ਇੱਕੋ ਵਾਰ ਮਿਧਿਆ ਲੈਂਦੇ ਸੀ। ਕਲਾ ਕਿਤੇ ਐਵੇਂ ਆ ਜਾਂਦੀ ਹੈ। ਇਸ ਲਈ ਵੀ ਬਥੇਰੇ ਪਿੱਟਣੇ ਕਰਨੇ ਪੈਂਦੇ ਹਨ। ਸੰਤ ਤਾਂ ਬਈ ਗਊ ਦੀ ਸਹੁੰ ਕਮਲੀ ਵਾਲੇ ਨੇ, ਸਾਧ ਕਿਵੇਂ ਐਵੇਂ ਬਣ ਜਾਈਏ। ਬਥੇਰੇ ਕਸਬ ਕਰਨੇ ਪੈਂਦੇ ਨੇ ਇਸ ਕੰਮ ਵਿੱਚ। ਉਹਨਾਂ ਨੇ ਭਾਈ ਆਪਣੀ ਜ਼ਿੰਦਗੀ ਵਿੱਚ ਬਥੇਰੇ ਕਸ਼ਟ ਉਠਾਏ। ਇੱਕ ਸੰਤ ਜੀ ਦਾ ਪਤਾ ਲੱਗਿਆ ਕਿ ਤਲਵੰਡੀ ਸਾਬੋ ਦਮਦਮਾ ਸਾਹਿਬ ਕੋਲ ਲੱਲੂਆਣੇ ਚਲੀਹਾ ਕੱਟ ਰਿਹਾ ਹੈ। ਥੋੜੇ ਦਿਨ ਪਿੱਛੋਂ ਗੱਲ ਉੜਦੀ ਆਈ ਕਿ ਸੰਤਾਂ ਨੇ ਪੂਰਾ ਤਪ ਸਾਧ ਲਿਆ ਹੈ, ਹੁਣ ਪ੍ਰਗਟ ਹੋਣ ਦੇ ਆਹਰ ਵਿੱਚ ਹਨ। ਪ੍ਰਗਟ ਹੋਣ ਦਾ ਢੰਗ ਉਹਨਾਂ ਨੇ ਮਹਾਨ ਧਾਰਮਿਕ ਕੱਢਿਆ। ਭਈ ਸਾਰੇ ਪ੍ਰੇਮੀ ਰਲ ਕੇ ਇਕੋਤਰੀ ਕਰਨ। ਪਹਿਲਾਂ 101 ਅਸਵਾਰਾ ਸਾਹਿਬ ਇਕੱਠੇ ਕਰੋ, ਫੇਰ ਸਾਰੇ ਮਹਾਰਾਜ ਦਾ ਪ੍ਰਕਾਸ਼ ਕਰਕੇ ਇੱਕੋ ਦਿਨ ਭੋਗ ਪਾਵੋ, ਯੱਗ ਛਕੋ, ਜਿਸ ਵਿੱਚ ਸਾਡਾ ਸਰੀਰ ਵੀ ਸ਼ਾਮਲ ਹੋਵੇਗਾ। ਜਿਵੇਂ ਸੰਤਾਂ ਨੇ ਕਿਹਾ, ਪ੍ਰੇਮੀਆਂ ਨੇ ਉਸੇ ਤਰ੍ਹਾਂ ਸ਼ਤਾਬੀ ਨਾਲ ਕੀਤਾ। ਮਹਾਰਾਜ ਦੇ ਪਾਲੋ ਪਾਲ ਪ੍ਰਕਾਸ਼ ਕਰ ਲਏ ਤੇ ਤਾਂਬੇ ਬੈਠਣ ਜੋਗੇ 101 ਪਾਠੀ ਕਿੱਥੋਂ ਮਿਲਣ। ਸੰਤਾਂ ਨੇ ਵਚਨ ਕੀਤਾ, ਜਿਨ੍ਹਾਂ 5-10 ਨੂੰ ਪਾਠ ਆਉਂਦਾ ਹੈ ਉਹ ਹੀ ਨਿਤਰੋ। ਉਹਨਾਂ ਪਾਠੀਆਂ ਨੂੰ ਕਿਹਾ, ਦੇਖੋ ਭਾਈ ਤੁਸੀਂ ਪਾਠ ਕਰੀ ਜਾਣਾ। ਦੂਜਿਆਂ ਲੋਕਾਂ ਨੂੰ ਕਿਹਾ, ਨਹਾ ਧੋ ਕੇ ਇੱਕ ਪ੍ਰੇਮੀ ਮਹਾਰਾਜ ਦੀ ਤਾਬਿਆ ਬੈਠਦਾ ਜਾਵੇ, ਵਾਹਿਗੁਰੂ ਵਾਹਿਗੁਰੂ ਕਰਦਾ ਰਹੇ। ਜਦੋਂ ਪਾਠ ਕਰਨ ਵਾਲਾ ਪੱਤਰਾ ਥੱਲਣ ਨਾਲ ਹੀ ਉਹ ਵੀ ਪੱਤਰਾ ਪਲਟ ਦੇਵੇ। ਇਸ ਤਰ੍ਹਾਂ 3 ਦਿਨ ਵਿੱਚ ਇਕੋਤਰੀ ਪਾਠ ਦਾ ਸਵਾਂਗ ਪੂਰਾ ਕਰਕੇ ਜਦੋਂ ਸੰਤ ਪ੍ਰਗਟ ਹੋਇਆ, ਨੇੜੇ ਦੇ ਪਿੰਡਾਂ ਦੇ ਪੁੱਜੇ ਲੋਕਾਂ ਨੂੰ ਪਤਾ ਲੱਗਿਆ ਤਾਂ ਸਮਝਦਾਰ ਲੋਕ ਕਹਿਣ ਕਿ ਇਹ ਪੁੰਨ ਹੈ ਕਿ ਪਾਪ। ਜਦੋਂ ਸੰਤਾਂ ਨੂੰ ਪਤਾ ਲੱਗਿਆ ਕਿ ਚਲੀਹਾ ਪੁੱਠਾ ਪੈ ਗਿਆ, ਲੋਕ ਉਹਨਾਂ ਦੀ ਸੁਧਾਈ ਕਰਨ ਲਈ ਤਿਆਰ ਬੈਠੇ ਹਨ ਤਾਂ ਰਾਤ ਨੂੰ ਹੀ ਡੇਰਾ ਡੰਡਾ ਉੱਥੇ ਹੀ ਛੱਡ ਕੇ ਪੱਤਰਾ ਵਾਚ ਗਏ। ਸੰਤ ਦੇ ਸ਼ਰਧਾਲੂ ਕਹਿਣ ਕਿ ਮਾੜੀ ਗੱਲ ਕੀਤੀ ਹੈ ਸੰਤਾਂ ਨੇ। ਮਹਾਰਾਜ ਸਾਰੇ ਇੱਕੋ ਰੂਪ ਤਾਂ ਕਹਿੰਦੇ ਨੇ ਤੇ ਵਿੱਚ ਰਾਮ ਦਾ ਨਾਮ ਜਾਂ ਵਾਹਿਗੁਰੂ
ਦਾ ਜਾਪ ਹੀ ਤਾਂ ਦੱਸੀਦਾ ਹੈ। ਸੁਧਾਰਕ ਪ੍ਰੇਮੀਆਂ ਨੇ ਸਮਝਾਇਆ, ਮਹਾਰਾਜ ਤਾਂ ਇੱਕ ਹੈ, ਫਿਰ ਇੰਨੀਆਂ ਬੀੜਾਂ ਇਕੱਠੀਆਂ ਕਰਨ ਦੀ ਕੀ ਲੋੜ ਸੀ। ਮਸਾਂ ਫਸਾਦ ਹੁੰਦਾ ਬਚਿਆ। ਇਉਂ ਸੰਤਾਂ ਦੇ ਕੌਤਕਾਂ ਤੇ ਬਹਿਸਾਂ ਹੁੰਦੀਆਂ ਰਹਿੰਦੀਆਂ। ਵਿੱਚੋਂ ਕੋਈ ਇਹ ਆਖ ਕੇ ਗੱਲ ਖਤਮ ਕਰ ਦਿੰਦਾ, ਚਲੋ ਸਾਰੇ ਸੰਤ ਚੰਗੇ ਹੀ ਹੁੰਦੇ ਨੇ, ਆਪਾਂ ਉਹਨਾਂ ਦੀ ਨਿੰਦਾ ਕਰਕੇ ਕਿਉਂ ਪਾਪਾਂ ਦੇ ਭਾਗੀ ਬਣੀਏ। ਸੰਤਾਂ ਦੇ ਉੱਪਰ ਲਿਖੇ ਕੌਤਕਾਂ ਦਾ ਵਰਣਨ ਕਰਕੇ ਕਿਧਰੇ ਇਹੀ ਪਾਪ ਮੈਂ ਵੀ ਨਾ ਕਰ ਬੈਠਾ ਹੋਵਾਂ। ਇਸ ਲਈ ਇਹ ਗੱਲਾਂ ਇੱਥੇ ਹੀ ਖਤਮ ਕਰਦਾ ਹਾਂ। ਧੰਨਵਾਦ।